ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ। ਉਮੀਦ ਕਰਦੇ ਹਾਂ ਜੀ ਬਿਲਕੁਲ ਠੀਕ ਠਾਕ ਹੋਵੋਗੇ ਤੇ ਇਸ ਲਈ ਬਹੁਤ ਸਾਰੇ ਕੰਮ ਸਾਡੇ ਆਲੇ ਦੁਆਲੇ ਹੈਗੇ ਨੇ ਜਿਨ੍ਹਾਂ ਨੂੰ ਠੀਕ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸਾਡੇ ਸਮਾਜ ਨੂੰ ਚਿੰਬੜੀ ਸਭ ਤੋਂ ਵੱਡੀ ਲਾਹਨਤ ਦੀ, ਨਸ਼ੇ ਦੇ ਉੱਤੇ। ਹੁਣ ਤੱਕ ਜਿੰਨੀਆਂ ਵੀ ਰਿਪੋਰਟਾਂ ਆਈਆਂ ਉਹਦੇ ਉੱਤੇ ਲਗਾਤਾਰ ਅਸੀਂ ਜਿਹੜੀਆਂ ਨੇ ਰਿਪੋਰਟਸ ਆਪਣੀਆਂ ਕਰਦੇ ਰਹੇ ਹਾਂ, ਲਗਾਤਾਰ ਉਹਦੇ 'ਤੇ ਖਬਰਾਂ ਕਰਦੇ ਰਹੇ ਹਾਂ, ਇੰਟਰਵਿਊਜ਼ ਕਰਦੇ ਰਹੇ ਹਾਂ, ਤਾਂ ਕਿ ਜਿੰਨਾ ਹੋ ਸਕੇ ਇਸ ਦੀ ਡੂੰਘਾਈ ਤੱਕ ਜਾਇਆ ਜਾ ਸਕੇ ਤੇ ਇਸ ਨੂੰ ਰੋਕਣ ਦੇ ਲਈ ਜਿਹੜਾ ਹੰਭਲਾ ਮਾਰਿਆ ਜਾ ਸਕੇ। ਨਸ਼ੇ ਦੀ ਇਹ ਲੱਤ ਹਰ ਕਿਸੇ ਨੂੰ ਲੱਗ ਰਹੀ ਹੈ। ਯੰਗ ਜਨਰੇਸ਼ਨ ਇਸ ਵੱਲ ਬਹੁਤ ਜਾ ਰਹੀ ਹੈ, ਚਾਹੇ ਉਹ ਕੈਨੇਡੀਅਨ ਹੋਣ ਜਾਂ ਫਿਰ ਉਹ ਇੰਟਰਨੈਸ਼ਨਲ ਲੋਕ ਹੋਣ, ਸਟੂਡੈਂਟਸ ਹੋਣ, ਸਾਰਿਆਂ ਦੇ ਉੱਤੇ ਜਿਹੜਾ ਇਹ ਨਸ਼ਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ। ਸਾਰੇ ਇਸ ਵਿੱਚ ਧੱਸ ਰਹੇ ਨੇ ਇਸ ਦਲਦਲ ਦੇ ਵਿੱਚ। ਇਹ ਰਿਪੋਰਟ ਸਿਰਫ ਕਿਸੇ ਇੱਕ ਥਾਂ ਦੀ ਅਸੀਂ ਨਹੀਂ ਕਹਿ ਸਕਦੇ। ਓਵਰਆਲ ਜਿਹੜੀ ਕੈਨੇਡਾ ਤੋਂ ਰਿਪੋਰਟ ਆਈ ਹੈ ਉਸ ਦੇ ਮੁਤਾਬਕ ਨਸ਼ਾ ਸਭ ਤੋਂ ਜ਼ਿਆਦਾ ਜਿਹੜਾ ਉਹ ਵਧਿਆ ਪਿਛਲੇ ਕੁਝ ਜੇ 4-5 ਸਾਲਾਂ ਦੇ ਵਿੱਚ ਦੇਖ ਲਈਏ ਤਾਂ। ਸਪੈਸ਼ਲੀ ਜਦੋਂ BC ਦੀ ਰਿਪੋਰਟ ਵੀ ਦੇਖੀ ਤੇ BC ਦੇ ਵਿੱਚ ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੈ ਉਹ ਵੱਧ ਤੋਂ ਵੱਧ ਪਾਈਆਂ ਗਈਆਂ, ਜਿਹਦੇ ਵਿੱਚ ਇਲੀਗਲ ਨਸ਼ਾ ਮੇਨ ਮੰਨਿਆ ਜਾ ਰਿਹਾ ਹੈ ਕਿ ਇਹ ਗੈਰ ਕਾਨੂੰਨੀ ਜਿਹੜਾ ਨਸ਼ੀਲੇ ਪਦਾਰਥ, ਜਿਹੜੇ ਨਸ਼ੀਲਾ ਨਸ਼ਾ ਸੀਗਾ ਜਿਹੜਾ ਕਿ ਬਹੁਤ ਜ਼ਹਿਰੀਲਾ ਸੀਗਾ, ਉਹਦੇ ਨਾਲ ਇਹ ਮੌਤਾਂ ਹੋਈਆਂ ਜਿਹੜੀਆਂ ਆਪਣੇ ਆਪ ਦੇ ਵਿੱਚ ਬਹੁਤ ਤਰ੍ਹਾਂ ਦੀ ਚਿੰਤਾ ਪੈਦਾ ਕਰ ਰਹੀਆਂ ਨੇ। ਹੁਣ ਇਸ ਨੂੰ ਰੋਕਣ ਦੇ ਲਈ ਕੀ ਕੁਝ ਕੀਤਾ ਜਾ ਸਕਦਾ ਹੈ? ਸਰਕਾਰਾਂ ਦੇ ਕੋਲ ਕੀ ਪੈਮਾਨੇ ਨੇ ਕਿ ਸਰਕਾਰਾਂ ਇਸ ਨੂੰ ਰੋਕ ਸਕਣ? ਕਿਹੜੀਆਂ ਅਜਿਹੀਆਂ ਸਕੀਮਾਂ ਹੈ ਜਿਨ੍ਹਾਂ ਦੇ ਵਿੱਚ ਢਿੱਲ ਵਰਤੀ ਜਾ ਰਹੀ ਹੈ, ਜਿਨ੍ਹਾਂ ਨੂੰ ਹੋਰ ਸਖਤੀ ਨਾਲ ਕਰਨ ਦੀ ਲੋੜ ਹੈ, ਕਿਉਂਕਿ ਇਹ ਹਰ ਦਿਨ ਵੱਧ ਰਿਹਾ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਦੋਂ ਪੋਸਟਾਂ ਵੀ ਪਾਈਆਂ ਜਾਂਦੀਆਂ ਨੇ ਕਿਸੇ ਵੀ ਸੋਸ਼ਲ ਮੀਡੀਆ 'ਤੇ ਪਲੇਟਫਾਰਮ 'ਤੇ ਵੀ ਅਸੀਂ ਦੇਖ ਲਈਏ ਤਾਂ ਜਿਹੜੇ ਯੰਗ ਜਨਰੇਸ਼ਨ ਹੈ ਉਹ ਬੜੇ ਸਟਾਈਲ ਦੇ ਨਾਲ ਜਿਹੜਾ ਉਹ ਆਪਣੇ ਨਸ਼ੇ ਕਰਦੇ ਹੋਏ ਫੋਟੋਆਂ ਪਾਉਂਦੇ ਨੇ, ਵੀਡੀਓ ਹੁੰਦੇ ਨੇ ਤਾਂ ਕਾਫੀ ਵਾਇਰਲ ਵੀ ਹੁੰਦੇ ਨੇ। ਇਹ ਬਹੁਤ ਹੀ ਨੁਕਸਾਨਦਾਇਕ ਚੀਜ਼ ਹੈ ਜਿਹੜੀ ਕਿ ਇੱਕ ਤੋਂ ਦੂਜੇ ਨੂੰ ਤੇ ਦੂਜੇ ਤੋਂ ਤੀਜੇ ਨੂੰ ਲੱਗ ਰਹੀ ਹੈ, ਯਾਨੀ ਕਿ ਇੱਕ ਚੇਨ ਦੀ ਤਰ੍ਹਾਂ ਫੈਲੇ ਜਾ ਰਹੀ ਹੈ, ਜਿਸ ਨੂੰ ਇੱਥੇ ਰੋਕਣਾ ਬਹੁਤ ਜ਼ਰੂਰੀ ਹੈ। ਇਸ ਮੁਤਲਕ ਜਿਹੜਾ ਵੀ ਸਾਨੂੰ ਕੋਈ ਮਾਹਰ ਮਿਲਦਾ ਅਸੀਂ ਉਹਦੇ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ, ਇੰਟਰਵਿਊ ਜ਼ਰੂਰ ਕਰਦੇ ਹਾਂ। ਅੱਜ ਸਾਡੇ ਕੋਲ ਫਾਰਮਾਸਿਸਟ ਅਮਰੀਕ ਸਾਡੇ ਨਾਲ ਜੁੜੇ ਹੋਏ ਨੇ। ਅਮਰੀਕ ਸਿੰਘ ਨਾਲ ਅਸੀਂ ਇਸ ਸੰਬੰਧੀ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਜਿਹੜੀ ਓਵਰਆਲ ਰਿਪੋਰਟ ਹੈ ਡਰੱਗਸ ਨੂੰ ਲੈ ਕੇ, ਨਸ਼ੇ ਨੂੰ ਲੈ ਕੇ, ਉਹ ਕੀ ਕਹਿੰਦੀ ਹੈ। ਅਮਰੀਕ ਜੀ ਬਹੁਤ ਬਹੁਤ ਸਵਾਗਤ ਹੈ ਦਾ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਅਮਰੀਕ, ਤੁਸੀਂ ਫਾਰਮਾਸਿਸਟ ਹੋ, ਬਹੁਤ ਲੰਬਾ ਸਮਾਂ ਹੋ ਗਿਆ ਤੁਹਾਨੂੰ ਬਤੌਰ ਇੱਕ ਫਾਰਮਾਸਿਸਟ ਤੁਸੀਂ ਕੰਮ ਕਰ ਰਹੇ ਹੋ। ਹੁਣ ਤੱਕ ਜਿਹੜੀਆਂ ਰਿਪੋਰਟਾਂ ਆਈਆਂ ਨੇ ਓਵਰਡੋਜ਼ ਦੀਆਂ ਉਹ ਬਹੁਤ ਹੀ ਚਿੰਤਾ ਪੈਦਾ ਕਰ ਰਹੀਆਂ ਨੇ। BC ਦੀ ਰਿਪੋਰਟ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਸੀਗੀ ਕਿ ਜਿਹੜਾ ਇਲੀਗਲ ਨਸ਼ਾ ਆ ਰਿਹਾ ਉਹਦੇ ਨਾਲ ਇੰਨੀਆਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਇਹ ਹੋਈਆਂ। ਸਪੈਸ਼ਲੀ ਜਦੋਂ ਪਿਛਲੇ 2 ਸਾਲਾਂ ਦਾ ਡਾਟਾ ਦੇਖੀਏ, ਜਨਵਰੀ ਤੋਂ ਜੇ ਦੇਖ ਲਈਏ ਤਾਂ 2021 ਦਾ ਉਹ ਵੀ ਡਾਟਾ ਇਹੀ ਸ਼ੋਅ ਕਰ ਰਿਹਾ ਸੀ। ਐਜ਼ ਅ ਫਾਰਮਾਸਿਸਟ ਤੁਸੀਂ ਇਸ ਰਿਪੋਰਟ ਨੂੰ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਜੀ ਆਪਾਂ ਨੂੰ ਇਸ ਗੱਲ ਨੂੰ ਇਹਦਾ ਗ੍ਰਾਸ ਰੂਟ ਜਿਹੜਾ ਕੌਜ਼ ਹੈ ਉੱਥੋਂ ਦੇਖਣਾ ਚਾਹੀਦਾ ਜੀ ਕਿ ਨਸ਼ੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਰਾਈਟ। ਸੋ ਜਿਹੜੀਆਂ ਰਿਪੋਰਟਸ ਆਈਆਂ ਨੇ, ਲਾਈਕ ਜੇ ਆਪਾਂ ਗੱਲ ਕਰੀਏ ਮਾਰਚ ਦੇ ਦੂਜੇ ਹਫਤੇ ਰਿਪੋਰਟ ਆਈ ਆ BC ਕੋਰਨਰਸ ਦੀ, ਉਹਦੇ ਵਿੱਚ ਜਿਹੜੇ ਫਿਗਰਸ ਨੇ 2022 ਦੇ ਵਿੱਚ 2021 ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਲਿਕ ਡਰੱਗ ਕਰਕੇ ਜਿਹੜੀਆਂ ਮੌਤਾਂ ਹੋਈਆਂ ਨੇ। ਸੋ ਇਹਨੂੰ ਆਪਾਂ ਜੇ ਬੈਕ ਜਾਈਏ, ਇਹਦੀ ਥੋੜ੍ਹੀ ਹਿਸਟਰੀ ਦੇਖੀਏ ਤਾਂ ਜਿਹੜੀ ਓਵਰਡੋਜ਼ ਦੀ ਕਰਕੇ ਜਿਹੜੀ ਐਮਰਜੈਂਸੀ ਲਗਾਈ ਸੀ ਉਹ 2016 ਵਿੱਚ ਲੱਗੀ, ਰਾਈਟ ਜੀ। ਸੋ 2016 ਤੋਂ ਲੈ ਕੇ ਹੁਣ ਤੱਕ ਜਿਹੜਾ ਫਿਗਰਸ ਨੇ ਉਹਦੇ ਵਿੱਚ ਵਾਧਾ ਹੀ ਹੋ ਰਿਹਾ ਹਰੇਕ ਸਾਲ। ਬਿਲਕੁਲ। ਸੋ 2021 ਦੇ ਵਿੱਚ ਆਈ ਗੈਸ ਅਰਾਊਂਡ 2200 ਸਮਥਿੰਗ ਡੈਥ ਸੀਗੀਆਂ। ਉਹਨਾਂ ਨੂੰ ਆਪਾਂ ਜੇ ਕੰਪੇਅਰ ਕਰੀਏ ਦੂਜੀ ਐਮਰਜੈਂਸੀ ਜਿਸ 'ਚੋਂ ਅਸੀਂ ਹੁਣੇ ਲੰਘ ਰਹੇ ਹਾਂ, ਉਹਦੇ ਵਿੱਚ ਆਲਮੋਸਟ ਆਈ ਗੈਸ 2900 ਡੈਥ ਸਮਥਿੰਗ ਨੇ ਹੁਣ ਕੋਵਿਡ ਕਰਕੇ ਜਿਹੜੀਆਂ ਹੋਈਆਂ ਨੇ ਜੀ। ਸੋ ਜੇ ਆਪਾਂ ਉਹਨੂੰ ਦੇਖੀਏ ਕਿ 2 ਸਾਲ ਦੇ ਵਿੱਚ 3 ਸਾਲ ਦੇ ਵਿੱਚ ਇੰਨੀਆਂ ਡੈਥਸ ਨੇ ਕੰਪੇਅਰ ਟੂ ਜਿਹੜਾ ਓਪੀਓਇਡ ਓਵਰਡੋਜ਼ ਕਰਕੇ ਹੋਈਆਂ ਨੇ ਉਹ ਆਲਮੋਸਟ 2200 ਨੇ 2021 ਦੇ ਵਿੱਚ। ਹਾਂਜੀ। ਸੋ ਚਿੰਤਾਜਨਕ ਗੱਲ ਹੈ ਇਹ। ਬਿਲਕੁਲ। ਸਰਕਾਰਾਂ ਬਹੁਤ ਜ਼ਿਆਦਾ ਅਗਰੈਸਿਵ ਨੇ ਇਸ ਦੇ ਲਈ, ਬਹੁਤ ਜ਼ਿਆਦਾ ਪ੍ਰੋਗਰਾਮ ਚਲਾਏ ਜਾ ਰਹੇ ਨੇ, ਬਹੁਤ ਜ਼ਿਆਦਾ ਅਵੇਅਰਨੈਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਪਬਲਿਕ ਦੇ ਵਿੱਚ। ਸੋ ਹੋਪਫੁਲੀ ਐਟ ਸਮ ਪੁਆਇੰਟ ਇਹਨੂੰ ਨਿਜਾਤ ਪਾਈ ਜਾ ਸਕਦੀ ਹੈ ਜੀ। ਐਡਿਕਸ਼ਨ ਕੀ ਹੁੰਦੀ ਹੈ ਅਮਰੀਕ? ਕੀ ਬਾਏ ਚੋਇਸ ਹੁੰਦੀ ਹੈ? ਇਹ ਕਿਵੇਂ ਜਿਹੜੀ ਇਹ ਲੱਤ, ਜਿਹੜਾ ਸ਼ਬਦ ਆਪਾਂ ਬੋਲਦੇ ਹਾਂ ਲੱਗ ਜਾਣੀ, ਕਿਵੇਂ ਲੱਗਦੀ ਹੈ? ਇਹ ਜੀ ਇੱਕ ਵੈਰੀ ਕੰਪਲੈਕਸ ਵਰਡ ਹੈ ਨਾ ਐਡਿਕਸ਼ਨ ਜਿਹੜਾ। ਹੋ ਸਕਦਾ ਕਿਸੇ ਨੂੰ ਬਾਏ ਚੋਇਸ ਕਿਸੇ ਨੇ ਕੀਤਾ ਹੋਵੇ ਸਟਾਰਟ, ਬਟ ਅਲਟੀਮੇਟਲੀ ਐਡਿਕਸ਼ਨ ਜਿਹੜੀ ਹੈ ਇਹ ਇੱਕ ਹੈਲਥ ਪ੍ਰੋਬਲਮ ਬਣ ਜਾਂਦੀ ਹੈ। ਸੋ ਇਸ ਨੂੰ ਉਸ ਐਂਗਲ ਤੋਂ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਂਡ
ਆਈ ਬਲੀਵ ਕਿ ਜਿੰਨੀਆਂ ਵੀ ਕੋਈ ਵੀ ਹੈਲਥ ਏਜੰਸੀਜ਼ ਇਸ ਨੂੰ ਰੋਕਣ ਲਈ ਕੰਮ ਕਰਦੀਆਂ ਨੇ ਉਹ ਇਸ ਨੂੰ ਇਸੇ ਐਂਗਲ ਤੋਂ ਦੇਖ ਕੇ ਉਸੇ ਐਂਗਲ ਤੋਂ ਪਾਲਿਸੀਜ਼ ਬਣਾਈਆਂ ਜਾਂਦੀਆਂ ਨੇ, ਉਸੇ ਐਂਗਲ ਤੋਂ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ ਐਂਡ ਹੋਪਫੁਲੀ ਉਹਨਾਂ ਦੀ ਇਫੈਕਟਿਵਨੈਸ ਵੀ ਇਸੇ ਐਂਗਲ ਤੋਂ ਮੇਜ਼ਰ ਕੀਤੀ ਜਾਂਦੀ ਆ। ਸੋ ਅਗੇਨ ਐਡਿਕਸ਼ਨ ਜਿਹੜੀ ਆ ਉਹ ਬਾਏ ਚੋਇਸ ਜਿਹੜੀ ਆ ਉਹ ਹੋ ਸਕਦੀ ਹੈ ਇਨ ਦਾ ਬਿਗਨਿੰਗ ਮੇ ਬੀ ਕਿ ਕਿਸੇ ਨੇ ਕਿਸੇ ਨੂੰ ਦੇਖ ਕੇ ਸਟਾਰਟ ਕਰ ਲਿਆ, ਰਾਈਟ, ਬਟ ਅਗੇਨ ਉਹਦੇ ਪਿੱਛੇ ਜਿਹੜੇ ਕਾਰਨ ਨੇ ਉਹ ਬਹੁਤ ਲਾਈਕ ਹਰੇਕ ਐਵਰੀਬਡੀ ਸਟੋਰੀ ਇਜ਼ ਯੂਨੀਕ। ਹਰੇਕ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ, ਉਹ ਕਿਸੇ ਚੋਂ ਲੰਘ ਰਿਹਾ ਐਂਡ ਦਿਸ ਇਜ਼ ਜਸਟ ਅ ਈਜ਼ੀ ਵੇ ਆਊਟ ਮੇ ਬੀ ਕਈਆਂ ਦੇ ਲਈ। ਸੋ ਉਸ ਚੀਜ਼ ਨੂੰ ਉਹਨਾਂ ਦੇ ਨਾਲ ਜਿਹੜੀ ਉਹ ਗੱਲਬਾਤ ਕਰਨੀ ਜਿਹੜੀ ਉਹ ਬਹੁਤ ਜ਼ਰੂਰੀ ਆ ਉਸ ਚੀਜ਼ ਲਈ। ਤੇ ਉਸ ਹਰੇਕ ਦੇ ਲਈ ਐਡਿਕਸ਼ਨ ਦੀ ਡੈਫੀਨੇਸ਼ਨ ਜਿਹੜੀ ਡਿਫਰੈਂਟ ਹੈ ਇਸ ਕਰਕੇ। ਸੋ ਇਸਨੂੰ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ, ਬਟ ਜੇ ਆਪਾਂ ਉਹਨੂੰ ਹੈਲਥ ਦੀ ਸਾਈਡ ਤੋਂ ਦੇਖੀਏ ਤਾਂ ਇਹ ਇੱਕ ਹੈਲਥ ਪ੍ਰੋਬਲਮ ਹੈ ਦੈਨ ਬਾਏ ਚੋਇਸ, ਰਾਈਟ। ਜੀ, ਤੁਸੀਂ ਅਭੀ ਕੀ ਗੱਲ ਕਹੀ ਵੀ ਹਰ ਪਰਸਨ ਦੇ ਅਲੱਗ-ਅਲੱਗ ਕਾਰਨ ਹੈ। ਮੇਨ ਕਾਰਨ ਤੁਹਾਨੂੰ ਕੀ ਲੱਗਦੇ ਹੈ ਜਦੋਂ ਅਸੀਂ ਯੰਗ ਜਨਰੇਸ਼ਨ ਨੂੰ ਦੇਖਦੇ ਹਾਂ ਜਿੰਨਾ ਉਹ ਨਸ਼ੇ ਦੇ ਵਿੱਚ ਤਰ੍ਹਾਂ ਦੇ ਨਸ਼ੇ ਜਿਹੜੇ ਨੇ ਸਟਾਈਲ ਵੀ ਬਣਦਾ ਜਾ ਰਿਹਾ, ਟਰਾਈ ਕਰਨਾ ਚਾਹੁੰਦੇ ਨੇ, ਉਹ ਜਿਹੜੇ ਤਰ੍ਹਾਂ ਦੇ ਨਸ਼ਿਆਂ ਦੇ ਵਿੱਚ ਆ ਰਹੇ, ਮੇਨ ਇਹਦੇ ਕਾਰਨ ਤੁਹਾਡੀ ਨਜ਼ਰ ਤੋਂ ਕੀ ਜਿਹੜੇ ਨੇ ਉਹ ਮੰਨੇ ਜਾਂਦੇ ਨੇ, ਕੀ ਹੋ ਸਕਦੇ ਨੇ? ਅਗੇਨ ਮੇਰੇ ਹਿਸਾਬ ਨਾਲ ਜੀ ਇਹਨੂੰ ਇੱਕ ਨਾ ਜੀ ਇਹ ਜਿਹੜੀ ਲੇਬਲਿੰਗ ਆ ਇਹ ਪਹਿਲਾਂ ਇਸ ਚੀਜ਼ ਨੂੰ ਮਤਲਬ ਕਿ ਬੰਦ ਹੋਣਾ ਚਾਹੀਦਾ ਇਸ ਚੀਜ਼ ਨੂੰ ਕਿ ਇਹ ਯੰਗਰ ਜਨਰੇਸ਼ਨ ਦੇ ਵਿੱਚ ਆ ਜਾਂ ਇਹ ਕਿਸੇ ਵੀ ਗਰੁੱਪ ਲੈਵਲ 'ਚ ਆ, ਉਹ ਜਿਹੜਾ ਡੇਟਾ ਆ ਉਹ ਯੂਜ਼ ਕਰਦੀਆਂ ਨੇ ਸਰਕਾਰਾਂ ਟੂ ਪ੍ਰੀਪੇਅਰ ਪਾਲਿਸੀਜ਼ ਐਂਡ ਦੈਨ ਇੰਪਲੀਮੈਂਟ ਦੈਮ। ਬਟ ਜੇ ਆਪਾਂ ਗੱਲ ਕਰੀਏ ਕਿ ਹਾਂਜੀ ਯੰਗਰ ਜਨਰੇਸ਼ਨ ਦੇ ਵਿੱਚ ਹੀ ਨਸ਼ਾ ਬਹੁਤ ਜ਼ਿਆਦਾ ਆ, ਉਹ ਵੀ ਠੀਕ ਨਹੀਂ। ਜੇ ਤੁਸੀਂ ਡੇਟਾ ਦੇਖੋ ਕੋਰਨਰ ਸਰਵਿਸਿਜ਼ ਦਾ ਜਿਹੜਾ ਏਜ ਗਰੁੱਪ 50 ਤੋਂ ਬਾਅਦ ਵਾਲਾ ਆ ਉਹਦੇ ਵਿੱਚ ਵੀ ਜਿਹੜੀ ਜਿਹੜੀ ਡੈਥ ਰੇਟ ਆ ਉਹ ਜ਼ਿਆਦਾ ਆ। ਸੋ ਅਗੇਨ ਹੋ ਸਕਦਾ ਹੈ ਕਿ ਉਸ ਪਰਟੀਕੂਲਰ ਏਜ ਗਰੁੱਪ ਦੇ ਵਿੱਚ ਜਿਹੜੇ ਕਰਨ ਵਾਲਿਆਂ ਦੀ ਤਾਦਾਦ ਜ਼ਿਆਦਾ ਹੋਵੇ, ਇਟਸ ਜਸਟ ਕਾਜ਼ ਦਾ ਪਾਪੂਲੇਸ਼ਨ, ਰਾਈਟ, ਉਸ ਏਜ ਗਰੁੱਪ 'ਚ ਪਾਪੂਲੇਸ਼ਨ ਹੈਗੀ ਆ, ਬਟ ਇਟਸ ਅ ਓਵਰਆਲ ਪ੍ਰੋਬਲਮ। ਹਰੇਕ ਏਜ ਗਰੁੱਪ ਦੇ ਵਿੱਚ ਪ੍ਰੋਬਲਮ ਆ ਐਂਡ ਜਿਹੜੇ ਏਜ ਗਰੁੱਪਸ ਦੇ ਵਿੱਚ ਪਾਪੂਲੇਸ਼ਨ ਜ਼ਿਆਦਾ ਆ ਉੱਥੇ ਤੁਹਾਨੂੰ ਜ਼ਿਆਦਾ ਡੈਥਸ ਦੇਖਣ ਨੂੰ ਮਿਲਦੀਆਂ ਆ। ਜੀ ਅਬ ਇੱਕ ਨਸ਼ੇ ਦਾ ਜਿਹੜਾ ਤੋੜ ਹੈ, ਨਸ਼ੇ ਦਾ ਤੋੜ ਕੀ ਨਸ਼ਾ ਹੀ ਹੁੰਦਾ ਤੇ ਜੇ ਹੈ ਤਾਂ ਫਿਰ ਕਿਹੜਾ, ਕਿਵੇਂ ਉਹਦਾ ਕੀ ਤੋੜ ਕੱਢਿਆ ਜਾ ਸਕਦਾ? ਸੋ ਜੇ ਆਪਾਂ ਗੱਲ ਕਰੀਏ ਜੀ ਫਰੋਮ ਜਿੱਦਾਂ ਗਵਰਨਮੈਂਟ ਜਿਹੜੀਆਂ ਪਾਲਿਸੀਜ਼ ਬਣਾਉਂਦੇ ਆ ਇਹਨੂੰ ਹਾਰਮ ਰਿਡਕਸ਼ਨ ਕਹਿੰਦੇ ਆ ਬੇਸਿਕਲੀ, ਬਿਕੋਜ਼ ਜੇ ਆਪਾਂ ਡੇਟਾ ਦੇਖੀਏ ਤਾਂ ਜਿਹੜੀਆਂ ਡੈਥਸ ਹੋਈਆਂ ਨੇ ਉਹ ਜਿੱਦਾਂ ਆਪਾਂ ਗੱਲ ਕਰਦੇ ਹਾਂ ਫੈਂਟਨਾਈਲ ਦੀ, ਉਸ ਤੋਂ ਬਾਅਦ ਜਿਹੜੇ ਹੋਰ ਓਪੀਆਇਡਸ ਨੇ, ਸੋ ਉਹਨਾਂ ਕਰਕੇ ਡੈਥ ਜਿਹੜੀਆਂ ਹੁੰਦੀਆਂ ਜ਼ਿਆਦਾ, ਰਾਈਟ। ਸੋ ਉਹਨਾਂ ਨੂੰ ਜੇ ਆਪਾਂ ਕੋਈ ਸੇਫ ਜਿਹਦੇ ਵਿੱਚ ਉਹ ਬਾਏ ਚੋਇਸ, ਅਗੇਨ ਹੈਲਥ ਜਿਹੜੀ ਹੈ ਹਰੇਕ ਦੀ ਆਪਣੀ ਚੋਇਸ ਆ, ਉਹਨਾਂ ਨੇ ਆਪਣੇ ਸਰੀਰ ਨੂੰ ਕਿੱਦਾਂ ਮੇਨਟੇਨ ਕਰਨਾ, ਜੇ ਆਪਾਂ ਉਹਨਾਂ ਨੂੰ ਇੱਦਾਂ ਦੀ ਚੋਇਸ ਦਈਏ ਜਿਹੜੀ ਸੇਫ ਆ ਐਂਡ ਜਿਹਦੇ ਵਿੱਚ ਉਹਨਾਂ ਦੇ ਕੋਲ ਐਕਸਪੀਰੀਅੰਸਡ ਓਪੀਨੀਅਨਸ ਹੈਗਾ ਫਰੋਮ ਫਿਜ਼ੀਸ਼ੀਅਨਸ, ਹੋਰ ਸਪੋਰਟ ਗਰੁੱਪਸ ਨੇ, ਰਾਈਟ, ਕਾਉਂਸਲਰਸ ਨੇ, ਜੇ ਆਪਾਂ ਉਹਨਾਂ ਨੂੰ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰੀਏ ਤੇ ਫਿਰ ਉਹਨਾਂ ਨੂੰ ਆਪਾਂ ਉਸ ਤੋਂ ਹਟਾ ਸਕਦੇ ਹਾਂ। ਦੈਟਸ ਵਾਈ ਗਵਰਨਮੈਂਟ ਨੇ ਜਿੰਨੀਆਂ ਵੀ ਓਪੀਆਇਡ ਐਗਨਿਸਟ ਥੈਰੇਪੀ ਕਹਿੰਦੇ ਇਹਨੂੰ, ਕਿ ਜਿੰਨੀਆਂ ਵੀ ਉਹਨਾਂ ਨੇ ਮੈਡੀਸਨਸ ਵਗੈਰਾ ਜਿਹੜੀਆਂ ਹੈਗੀਆਂ ਨੇ ਜਿਹੜੇ ਡਾਕਟਰ ਪ੍ਰਿਸਕ੍ਰਾਈਬ ਕਰਦੇ ਨੇ, ਇਟਸ ਜਸਟ ਅ ਸੇਫੈਸਟ ਅਲਟਰਨੇਟਿਵ। ਜੀ ਠੀਕ ਹੈ ਜੀ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਨੇ ਬੇਸਡ ਔਨ ਇੰਡੀਵਿਜੂਅਲ, ਜਿੱਦਾਂ ਮੈਂ ਤੁਹਾਨੂੰ ਕਿਹਾ ਹਰੇਕ ਦੀ ਸਟੋਰੀ ਯੂਨੀਕ ਹੈ। ਕਿਸੇ ਨੇ ਸੋ ਕਲੀਨਿਸ਼ੀਅਨ ਡਿਸਾਈਡ ਕਰਦੇ ਨੇ ਕਿ ਹਾਂਜੀ ਇਸ ਪਰਟੀਕੂਲਰ ਪਰਸਨ ਨੂੰ ਕਿਸ ਤਰ੍ਹਾਂ ਦੀ ਟੇਲਰਡ ਅਪਰੋਚ ਜਿਹੜੀ ਆ ਉਹ ਦੇਣੀ ਚਾਹੀਦੀ ਆ ਜਿਹਦੇ ਨਾਲ ਇਹਨਾਂ ਨੂੰ ਹੈਲਪ ਹੋ ਸਕਦੀ ਆ। ਐਂਡ ਅਗੇਨ ਉਹ ਵੀ ਹੋ ਸਕਦਾ ਕਈ ਵਾਰੀ ਉਹ 100% ਕੰਮ ਕਰ ਜਾਏ ਐਂਡ ਹੋ ਸਕਦਾ ਕਈ ਵਾਰੀ ਉਹ ਬਿਲਕੁਲ ਕੰਮ ਨਾ ਕਰੇ, ਰਾਈਟ। ਅਗੇਨ ਇਟਸ ਅ ਇੰਡੀਵਿਜੂਅਲ ਅਪਰੋਚ ਹੁੰਦੀ ਹੈ ਹਰੇਕ ਫਿਜ਼ੀਸ਼ੀਅਨ ਦੀ ਪੇਸ਼ੈਂਟ ਦੇ ਨਾਲ, ਐਂਡ ਵੀ ਡੂ ਪਲੇ ਅ ਗੁੱਡ ਰੋਲ। ਆਪਾਂ ਜਦੋਂ ਫਿਜ਼ੀਸ਼ੀਅਨ ਪ੍ਰਿਸਕ੍ਰਾਈਬ ਕਰਦੇ ਨੇ, ਸਾਡੇ ਕੋਲ ਪੇਸ਼ੈਂਟ ਆਉਂਦੇ ਨੇ, ਵੀ ਡੂ ਟਰਾਈ ਟੂ ਮੇਕ ਸ਼ੋਰ ਦੈਟ ਜਿਹੜੀ ਥੈਰੇਪੀ ਫਿਜ਼ੀਸ਼ੀਅਨ ਨੇ ਸਟਾਰਟ ਕੀਤੀ ਆ, ਵੀ ਆਰ ਟਰਾਈਂਗ ਟੂ ਡਿਲੀਵਰ ਇਟ ਟੂ ਦ ਬੈਸਟ ਸਟੈਂਡਰਡਸ। ਜੀ ਬਿਲਕੁਲ। ਅਮਰੀਕ, ਤੁਹਾਡੇ ਕੋਲ ਬਹੁਤ ਤਰ੍ਹਾਂ ਦੇ ਲੋਕ ਆਉਂਦੇ ਹੋਣਗੇ, ਨੋ ਡਾਊਟ ਕਿ ਤੁਹਾਡੇ ਕੋਲ ਇੱਦਾਂ ਦੇ ਲੋਕ ਵੀ ਆਉਂਦੇ ਹੋਣਗੇ ਜਿਹੜੇ ਨਸ਼ਾ ਵਗੈਰਾ ਕਰਦੇ ਹੋਣਗੇ, ਜਿਨ੍ਹਾਂ ਨੂੰ ਤੋੜ ਲੱਗੀ ਹੁੰਦੀ ਹੈ। ਸ਼ਾਇਦ ਹੋ ਸਕਦਾ ਉਹ ਕਾਰਨ ਵੀ ਕਈ ਵਾਰੀ ਭਾਲਣ ਆਉਂਦੇ ਹੋਣ, ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਵੀ ਉਹਨਾਂ ਦੀ ਡਿਮਾਂਡ ਹੋਵੇ।
ਮਾਈਂਡਸੈਟ ਕੀ ਹੁੰਦਾ ਹੈ ਇੱਕ ਨਸ਼ਾ ਕਰਨ ਵਾਲੇ ਪਰਸਨ ਦਾ? ਕਿਉਂਕਿ ਜਿੰਨਾ ਕੁ ਅਸੀਂ ਸਾਰੇ ਦੇਖਦੇ ਹਾਂ, ਦਰਸ਼ਕ ਜਾਂ ਮੈਂ ਜਿੰਨੀ ਕੁ ਤੁਹਾਡੇ ਨਾਲ ਗੱਲ ਕਰ ਪਾ ਰਹੀ ਹਾਂ, ਜੋ ਅਸੀਂ ਤਸਵੀਰ ਦੇਖੀ ਹੈ ਸਾਨੂੰ ਸਿਰਫ ਇਹੀ ਦੇਖਦਾ ਹੁੰਦਾ ਵੀ ਉਹ ਸਾਹਮਣੇ ਨਸ਼ਾ ਕਰਨ ਵਾਲਾ ਬੈਠਾ ਹੈ, ਜਾਂ ਕਈ ਵਾਰੀ ਅਸੀਂ ਥੋੜ੍ਹਾ ਜਿਹਾ ਸਿੰਪਥੀ ਵੀ ਉਹ ਕਰ ਲੈਂਦੇ ਹਾਂ ਵੀ ਪਤਾ ਨਹੀਂ ਇਹਦੇ ਵਿਚਾਰੇ ਦੇ ਕੀ ਰੀਜ਼ਨ ਰਹੇ ਹੋਣਗੇ, ਨਸ਼ਾ ਕਰ ਰਿਹਾ ਹੈ ਜਾਂ ਫਿਰ ਇਹ ਕਿਉਂ ਆਪਣੀ ਜਾਨ ਦਾ ਦੁਸ਼ਮਣ ਬਣਿਆ ਹੋਇਆ ਹੈ ਜਾਂ ਇਹਨੂੰ ਤੋੜ ਲੱਗੀ ਹੋਈ, ਸਾਨੂੰ ਸਿਰਫ ਇੰਨੀਆਂ ਕੁ ਗੱਲਾਂ ਪਤਾ ਹੈ। ਪਰ ਇੱਕ ਮੈਡੀਕਲ ਜਿਹੜੀ ਹੈ ਰੀਜ਼ਨ ਕੀ ਹੋ ਸਕਦੇ ਨੇ, ਮਾਈਂਡਸੈਟ ਕੀ ਹੁੰਦਾ ਇੱਕ ਨਸ਼ਾ ਕਰਨ ਵਾਲੇ ਦਾ, ਉਹ ਆਈ ਥਿੰਕ ਤੁਸੀਂ ਸਾਨੂੰ ਬੈਟਰ ਸਮਝਾ ਸਕਦੇ ਹੋ। ਸੋ ਹਾਂ, ਜੇ ਗੱਲ ਕਰੀਏ ਅਸੀਂ ਕਿਸੇ ਜਿਹੜਾ ਪਰਸਨ ਕੋਈ ਨਸ਼ਾ ਕਰਦਾ, ਜਿੱਦਾਂ ਮੈਂ ਕਿਹਾ ਜੀ, ਉਹ ਇੱਕ ਹੈਲਥ ਕੰਡੀਸ਼ਨ ਆ, ਰਾਈਟ। ਇੱਕ ਜਿਹੜਾ ਇਹ ਸਟਿਗਮਾ ਆ ਕਿ ਹਾਂਜੀ ਇਹ ਬੰਦਾ ਨਸ਼ਾ ਕਰਦਾ ਆ, ਉਹਨੂੰ ਸਾਨੂੰ ਤੋੜਨ ਦੀ ਲੋੜ ਆ। ਜੇ ਆਪਾਂ ਇਸ ਸਟਿਗਮੇ ਨੂੰ ਨਹੀਂ ਤੋੜਦੇ ਤੇ ਉਹ ਤੁਸੀਂ ਉਸ ਸੁਸਾਇਟੀ ਦੇ ਵਿੱਚ ਇੱਕ ਡਿਫਰੈਂਟ ਲੇਅਰ ਕ੍ਰੀਏਟ ਕਰ ਦਿੰਦੇ ਆ। ਤੇ ਆਪਣੀ ਜੇ ਆਪਾਂ ਆਪਣੀ ਸੁਸਾਇਟੀ ਦੀ ਗੱਲ ਕਰੀਏ, ਪੰਜਾਬੀ ਭਾਈਚਾਰੇ ਦੀ, ਬੜਾ ਕਲੋਜ਼ ਨੇਟ ਹੈ ਨਾ ਆਪਾਂ ਸਾਰੇ। ਸੋ ਜੇ ਆਪਾਂ ਉਹਦੇ ਵਿੱਚ ਹੀ ਉਹ ਗੈਪ ਪਾਉਣਾ ਸ਼ੁਰੂ ਕਰ ਦੇਵਾਂਗੇ ਤੇ ਤੁਸੀਂ ਯੂ ਆਰ ਪੁਸ਼ਿੰਗ ਪੀਪਲ ਅਵੇ, ਰਾਈਟ। ਸੋ ਉਹ ਜਿਹੜੀ ਉਸ ਅਪਰੋਚ ਨੂੰ ਅਡੈਪਟ ਕਰਨ ਦੀ ਲੋੜ ਆ ਕਿ ਜਿਹਦੇ ਵਿੱਚ ਤੁਸੀਂ ਰੈਦਰ ਦੈਨ ਉਹਨੂੰ ਸਟਿਗਮਾਈਜ਼ ਕਰਨ ਦੇ ਕਿ ਹਾਂਜੀ ਦਿਸ ਪਰਸਨ ਇਹ ਡਰੱਗਸ ਲੈ ਰਿਹਾ ਜਾਂ ਕਿਵੇਂ, ਉਹਨਾਂ ਨੂੰ ਤੁਸੀਂ ਇਸ ਵੇ ਨਾਲ ਸੋਚੋ ਕਿ ਹਾਂਜੀ ਹੀ ਨੀਡਸ ਹੈਲਪ, ਰਾਈਟ। ਐਂਡ most people out there they are looking for help। ਇੱਦਾਂ ਨਹੀਂਗਾ ਕਿ ਕੋਈ ਨਸ਼ਾ ਕਰਕੇ ਤੇ ਉਹ they don't want ਕਿ ਹਾਂਜੀ ਸਾਨੂੰ ਇਸ ਤੋਂ ਨਿਜਾਤ ਮਿਲੇ। ਸਾਰੇ ਇੱਕ ਅਲਟਰਨੇਟਿਵ ਲੱਭ ਰਹੇ ਨੇ ਤੇ ਗਵਰਨਮੈਂਟ ਲੱਗੀ ਹੋਈ ਹੈ ਜੀ ਉਹਨਾਂ ਨੂੰ ਸੇਫਲੀ ਪ੍ਰੋਵਾਈਡ ਕਰਨ ਦੇ ਵਿੱਚ, ਐਜ਼ ਸੇਫ ਐਜ਼ ਦੇ ਕੈਨ, ਰਾਈਟ ਜੀ। ਅਸੀਂ ਦੇਖਿਆ ਵੀ ਕਿ ਬਹੁਤ ਸਾਰੇ ਸ਼ੈਲਟਰ ਹੋਮ ਇੱਦਾਂ ਦੇ ਬਣੇ ਹੋਏ ਨੇ ਜਿਹੜੇ ਵਾਕਈ ਇੱਦਾਂ ਦੇ ਲੋਕਾਂ ਦੀ ਮਦਦ ਕਰਦੇ ਨੇ, ਉਹਨਾਂ ਨੂੰ ਕਿਸੇ ਤਰੀਕੇ ਨਾਲ ਬਚਾਇਆ ਜਾ ਸਕੇ, ਕੋਈ ਹੈਲਪ ਕੀਤੀ ਜਾ ਸਕੇ, ਸੜਕਾਂ ਦੇ ਉੱਤੇ ਕੋਈ ਇੱਦਾਂ ਨਾ ਜਿਹੜਾ ਆਪਣੀ ਜਾਨ ਗਵਾਉਂਦਾ ਦਿਖਾਈ ਦੇ ਸਕੇ। ਇਹਦੇ ਵਿੱਚ ਯੰਗ ਜਨਰੇਸ਼ਨ, ਅਮਰੀਕ ਤੁਸੀਂ ਮੈਨੂੰ ਇਹ ਗੱਲ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਕਹੀ ਹੈ ਵੀ ਇਹ ਚੀਜ਼ ਗਲਤ ਹੈ ਵੀ ਆਪਾਂ ਜਦੋਂ ਏਜ ਵਾਈਜ਼ ਕੈਟਾਗਰੀਜ਼ ਆਪਾਂ ਵੰਡਦੇ ਹਾਂ, ਜੇ ਆਪਾਂ ਨੋ ਡਾਊਟ ਗੱਲ ਕਰੀਏ ਜੋ ਸੱਚਾਈ ਹੈ ਉਹ ਵੀ ਸਾਹਮਣੇ ਹੈ, ਕਿਉਂਕਿ ਨੋ ਡਾਊਟ ਕਿ ਯੰਗ ਜਨਰੇਸ਼ਨ ਇਸ ਵੱਲ ਆ ਤਾਂ ਰਹੀ ਹੈ। ਇਹਦੇ ਵਿੱਚ ਬਹੁਤ ਸਾਰੇ ਟੈਗ ਇਹ ਵੀ ਲੱਗ ਰਹੇ ਨੇ ਵੀ ਕਿਤੇ ਨਾ ਕਿਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ ਉਹ ਵੀ ਨਸ਼ੇ ਵੱਲ ਨੂੰ ਜਾ ਰਹੇ ਨੇ, ਜਾਂ ਦੇਖਾ ਦੇਖੀ ਕਹਿ ਲਓ, ਜਾਂ ਸਟਾਈਲ ਦੇ ਨਾਲ, ਜਾਂ ਫਿਰ ਕੁਝ ਸਮੇਂ ਲਈ ਟਰਾਈ ਕਰਨਾ ਚਾਹੁੰਦੇ ਨੇ ਕਿਸੇ ਵੀ ਰੀਜ਼ਨ ਕਰਕੇ। ਮੈਂ ਤੇ ਸਾਰਿਆਂ ਦੀ ਗੱਲ ਨਹੀਂ ਕਰ ਰਹੀ, ਸਿਰਫ ਉਹ ਜਿਹੜੇ ਕਿ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਕਰ ਰਹੇ ਨੇ। ਤੇ ਕੈਨੇਡੀਅਨ ਬੌਰਨ ਨੇ ਉਹਨਾਂ ਦੇ ਵੀ ਇਹੀ ਹਾਲਾਤ ਅਸੀਂ ਦੇਖਦੇ ਹਾਂ। ਯੰਗ ਜਨਰੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਇਸ ਚੀਜ਼ ਨੂੰ ਟਰਾਈ ਕਰਨ ਦੇ ਚੱਕਰ ਦੇ ਵਿੱਚ ਹੀ ਧੱਸਦੀ ਜਾ ਰਹੀ ਹੈ। ਸੋ ਇਹ ਜਿਹੜੀ ਓਵਰਆਲ ਤਸਵੀਰ ਹੈਗੀ ਹੈ ਅਮਰੀਕ, ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਕੀ ਇਹਦੇ ਪਿੱਛੇ ਸੱਚਾਈ ਕਿੰਨੀ ਕੁ ਹੈ? ਜੀ ਅਗੇਨ ਇਹ ਆਈ ਬਿਲੀਵ ਗੋਇੰਗ ਫਾਰਵਰਡ ਸਾਨੂੰ ਇਹ ਡਾਟਾ ਵੀ ਅਵੇਲੇਬਲ ਹੋ ਜਾਣਾ ਕਿ ਆਮ ਸ਼ੋਰ ਕਿ ਅਵੇਲੇਬਲ ਆ, ਬਟ ਅਗੇਨ ਇਹ ਜਿਹੜੀ ਲੇਬਲਿੰਗ ਆ ਇਹਨੂੰ ਆਪਾਂ ਨੂੰ ਇਹ ਤੋਂ ਬਚਣਾ ਚਾਹੀਦਾ ਇਸ ਚੀਜ਼ ਤੋਂ, ਬਿਕੋਜ਼ ਇਟਸ ਜਸਟ ਫੇਜ਼ ਆਫ ਲਾਈਫ, ਰਾਈਟ। ਹੁਣ ਜੇ ਆਪਾਂ ਛੋਟੇ ਬੱਚੇ ਤੋਂ ਲੈ ਕੇ ਜੇ ਉੱਪਰ ਤੱਕ ਜਾਂਦੇ ਹਾਂ ਜਦੋਂ ਏਜ ਐਜ਼ ਵੀ ਇਵੋਲਵ, ਉਹ ਇਟਸ ਜਸਟ ਫੇਜ਼ ਆਫ ਲਾਈਫ, ਐਵਰੀਬਡੀ ਗੋਜ਼ ਥਰੂ ਦੈਟ ਫੇਜ਼। ਹੋ ਸਕਦਾ ਕਿਸੇ ਨੇ ਲਾਈਕ ਬਾਈ ਚੋਇਸ ਜਾਂ ਜਿਵੇਂ ਵੀ ਆ ਉਹ ਨਸ਼ੇ ਵੱਲ ਚਲਾ ਜਾਵੇ, ਬਟ ਜੇ ਆਪਾਂ ਗੱਲ ਕਰੀਏ ਐਵਰੀਬਡੀ ਇਜ਼ ਅ ਹਿਊਮਨ, ਇਰਰਿਸਪੈਕਟਿਵ ਕਿ ਉਹ ਇੱਥੇ ਕਿਸ ਸਟੇਟਸ 'ਤੇ ਨੇ। ਜੇ ਉਹ ਜਿਵੇਂ ਤੁਸੀਂ ਕਿਹਾ ਇੰਟਰਨੈਸ਼ਨਲ ਸਟੂਡੈਂਟ ਆ ਜਾਂ ਕੋਈ ਇੱਥੇ ਦੇ ਬੌਰਨ, ਦੇ ਆਰ ਹਿਊਮਨ, ਰਾਈਟ। ਸੋ ਇਹ ਲੇਬਲਿੰਗ ਜਿਹੜੀ ਆ ਇਹਦੇ ਕਰਕੇ ਵੀ ਸਮਟਾਈਮਸ ਤੁਸੀਂ ਕਮਿਊਨਿਟੀ ਦੇ ਵਿੱਚ ਜਾਂ ਤੁਸੀਂ ਉਹਨਾਂ ਨੂੰ ਯੂ ਪੁਸ਼ ਅਵੇ, ਰਾਈਟ। ਤੁਸੀਂ ਜੇ ਕੋਈ ਹੈਲਪ ਲੈਣ ਦੀ ਵੀ ਸੋਚਦਾ ਆ ਐਂਡ ਜਦੋਂ ਇਹ ਲੇਬਲਸ ਕ੍ਰੀਏਟ ਹੋ ਜਾਂਦੇ ਨੇ ਤੇ ਫਿਰ ਉਹ ਝਿਜਕਾਉਂਦੇ ਨੇ, ਉਹਨਾਂ ਨੇ ਹੈਲਪ ਲੈਣ ਦੇ ਲਈ ਵੀ ਉਹਨਾਂ ਨੇ ਦੇ ਡੋਂਟ ਡਿਸਕਲੋਜ਼ ਕਿ ਹਾਂਜੀ ਅਸੀਂ ਕੌਣ ਆ। ਸੋ ਅਨਲੈਸ ਤੁਸੀਂ ਆਪ ਸਾਰਾ ਕੁਝ ਡਿਸਕਲੋਜ਼ ਕਰੋ ਆਪਣੇ, ਜੇ ਤੋਂ ਵੀ ਤੁਸੀਂ ਹੈਲਪ ਮੰਗਦੇ ਹੋ, ਜੇ ਕੋਈ ਫਿਜ਼ੀਸ਼ੀਅਨ ਆ ਜਾਂ ਜੇ ਕੋਈ ਕਾਉਂਸਲਰ ਆ, ਤੁਸੀਂ ਦੇ ਕੈਨੋਟ ਹੈਲਪ ਯੂ। ਸੋ ਇਹ ਲੇਬਲਿੰਗ ਜਿਹੜੀ ਆ ਇਹ ਥੋੜ੍ਹੀ ਖਤਰਨਾਕ ਆ ਜੀ ਕਿ ਹਾਂਜੀ ਵੀ ਇੰਟਰਨੈਸ਼ਨਲ ਸਟੂਡੈਂਟਸ ਹੀ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ, ਇੱਥੇ ਦੇ ਬੌਰਨ ਹੀ ਬਹੁਤ ਜ਼ਿਆਦਾ ਨਸ਼ਾ ਕਰਦੇ ਨੇ। ਇਸ ਲੇਬਲਿੰਗ ਤੋਂ ਅਗੇਨ ਥੋੜ੍ਹਾ ਜਿਹਾ ਬਚਣਾ ਚਾਹੀਦਾ, ਹਰੇਕ ਬੰਦੇ ਨੂੰ ਐਜ਼ ਅ ਹਿਊਮਨ ਦੇਖਣਾ ਚਾਹੀਦਾ ਤੇ ਉਹਨਾਂ ਦੀ ਅਗੇਨ ਜਿਹੜੀ ਹਰੇਕ ਬੰਦੇ ਦੀਆਂ ਹੈਲਥ ਨੀਡਸ ਨੇ ਉਹ ਡਿਫਰੈਂਟ ਆ। ਹਰੇਕ ਦੇ ਲਈ ਜਿਹੜਾ ਸਟੇਟਸ ਆ ਇਟ ਡਜ਼ਨਟ ਪਲੇ ਐਨੀ ਰੋਲ। ਹੋ ਸਕਦਾ ਕਿ ਉਹਨਾਂ ਦਾ ਜਿਹੜਾ ਸੋਸ਼ਲੀ ਜਾਂ ਇਕਨੋਮਿਕਲ ਜਿਹੜਾ ਆ ਐਟਰੀਬਿਊਟ ਉਹ ਡਿਫਰੈਂਟ ਆ। ਹੋ ਸਕਦਾ ਕਈਆਂ ਨੂੰ ਉਸ ਕਰਕੇ ਇਸ ਚੀਜ਼ ਵੱਲ ਚਲੇ ਜਾਣ, ਕਈਆਂ ਦੇ ਹਾਲਾਤ ਡਿਫਰੈਂਟ ਹੋਣ, ਬਟ ਇਹ ਅਗੇਨ ਇਸ ਲੇਬਲਿੰਗ ਤੋਂ ਬਚਣਾ ਚਾਹੀਦਾ। ਅਸੀਂ ਅਮਰੀਕ ਹਮੇਸ਼ਾ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਲੇਬਲਿੰਗ ਕਿਸੇ 'ਤੇ ਵੀ ਨਾ ਲਗਾਈਏ, ਔਰ ਈਵਨ ਕਿ ਜੇ ਕੋਈ ਮਾੜੀ ਚੀਜ਼ ਹੋ ਰਹੀ ਹੈ ਸਾਡੇ ਅਰਾਊਂਡ ਉਹਨੂੰ ਰੋਕਣ ਦੇ ਵਿੱਚ ਅਸੀਂ ਹੈਲਪ ਕਰ ਸਕੀਏ, ਕਿਉਂਕਿ ਇਹ ਉਹ ਬੱਚੇ ਨੇ ਜਿਹੜੇ ਸਾਡੇ ਆਪਣੇ ਨੇ, ਜਿਨ੍ਹਾਂ ਨੂੰ ਠੀਕ ਕਰਨਾ, ਜਿਨ੍ਹਾਂ ਨੂੰ ਇਸ ਦਲਦਲ 'ਚੋਂ ਬਾਹਰ ਕੱਢਣਾ ਇੱਕ ਸਾਡੀ ਸਾਰਿਆਂ ਦੀ
ਤਮਾਮ ਜ਼ਿੰਮੇਵਾਰੀ ਬਣਦੀ ਹੈ। ਅੱਜ ਦੇ ਦੌਰ ਦੇ ਵਿੱਚ ਅਸੀਂ ਸਾਰੇ ਇੰਨੇ ਕੁ ਜ਼ਿਆਦਾ ਬਿਜ਼ੀ ਹਾਂ, ਸਾਡੇ ਸਾਰਿਆਂ ਦੇ ਇੰਨੇ ਕੰਮਕਾਰ ਚੱਲਦੇ, ਸਪੈਸ਼ਲੀ ਕੈਨੇਡੀਅਨ ਲਾਈਫ ਇੱਕ ਮਸ਼ੀਨ ਦੀ ਤਰ੍ਹਾਂ ਹੈ। ਇਹਦੇ ਵਿੱਚ ਇੰਨੇ ਜ਼ਿਆਦਾ ਬਿਜ਼ੀ ਰਹਿ ਕੇ ਅਸੀਂ ਇਹ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੇ, ਜਿਹਦੇ ਕਰਕੇ ਸਾਡੀ ਇੱਕ ਪੂਰੀ ਜਨਰੇਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਖਰਾਬ ਹੋ ਰਹੀ ਹੈ, ਅਤੇ ਸਾਨੂੰ ਉਹਨਾਂ ਨੂੰ ਬਚਾਉਣਾ ਵੀ ਜ਼ਰੂਰੀ ਹੈ। ਸੋ ਇਸ ਲਈ ਸਮੇਂ-ਸਮੇਂ ਦੇ ਉੱਤੇ ਅਸੀਂ ਸ਼ੋਅਜ਼ ਕਰਦੇ ਹਾਂ, ਗੱਲਾਂ ਕਰਦੇ ਹਾਂ, ਕਿਸੇ ਵੀ ਤਰੀਕੇ ਨਾਲ ਕੁਝ ਵੀ ਹੋ ਸਕੇ ਵੀ ਇਹਨੂੰ ਰੋਕ ਲਗਾਈ ਜਾ ਸਕੇ। ਸਪੋਰਟ ਲੈਵਲ ਦੀ ਅਮਰੀਕ ਇੱਥੇ ਗੱਲ ਕਰਦੇ ਹਾਂ, ਸਪੋਰਟ ਲੈਵਲ ਜਿਹੜੀ ਹੈ ਉਹ ਕਿੰਨੀ ਕੁ ਕੰਮ ਆਉਂਦੀ ਹੈ ਸਾਰਿਆਂ ਵਾਸਤੇ ਜਿਹੜੇ ਕਿ ਨਸ਼ੇ ਵੱਲ ਚਲੇ ਜਾਂਦੇ ਨੇ, ਤਾਂ ਕਿ ਉਹ ਕਿਸੇ ਨਾਲ ਗੱਲਬਾਤ ਖੁੱਲ੍ਹ ਕੇ ਕਰ ਸਕਣ, ਉਹਨਾਂ ਬਾਰੇ ਕੋਈ ਖੁੱਲ੍ਹ ਕੇ ਗੱਲਬਾਤ ਕਰ ਸਕੇ, ਜਿਵੇਂ ਕਿ ਅਸੀਂ ਅੱਜ ਕਰ ਰਹੇ ਹਾਂ। ਉਵੇਂ ਕੋਈ ਸੈਮੀਨਾਰ ਉਲੀਕੇ ਜਾਣ, ਕੀ ਕੁਛ ਹੋ ਸਕਦਾ, ਸਪੋਰਟ ਲੈਵਲ ਕਿੰਨਾ ਕੁ ਜ਼ਿਆਦਾ ਕੰਮ ਆ ਸਕਦਾ ਹੈ? ਸੋ ਸਪੋਰਟ ਲੈਵਲ ਜਿਹੜਾ ਇਸ ਸਪੈਸ਼ਲੀ ਇਸ ਪ੍ਰੋਬਲਮ ਦੇ ਵਿੱਚ ਇਟਸ ਪਲੇਜ਼ ਅ ਬਿਗ ਰੋਲ, ਰਾਈਟ। ਜਦੋਂ ਆਪਾਂ, ਜਿੱਦਾਂ ਮੈਂ ਤੁਹਾਨੂੰ ਕਿਹਾ, ਜਦੋਂ ਕਿਸੇ 'ਤੇ ਇਹ ਲੇਬਲਿੰਗ ਹੋ ਜਾਂਦੀ ਨਾ, ਦੇ ਫੀਲ ਪਾਵਰਲੈਸ, ਹੈ ਨਾ। ਉਹ ਸੋ ਜੇ ਆਪਾਂ ਨੂੰ ਉਸ ਤਰ੍ਹਾਂ ਦਾ ਸਪੋਰਟ ਅਵੇਲੇਬਲ ਆ ਬੈਕ ਐਂਡ 'ਤੇ, ਦੇ ਕੈਨ ਟਾਕ ਟੂ ਦੇਅਰ ਫੈਮਿਲੀ। ਜੇ ਫੈਮਿਲੀ 'ਚ ਕਿਸੇ ਨਾਲ ਨਹੀਂ ਗੱਲ ਕਰ ਸਕਦੇ ਕਿਸੇ ਰੀਜ਼ਨ ਕਰਕੇ, ਸਟਿਗਮਾ ਕਰਕੇ, ਦੇਰ ਸੋ ਮੈਨੀ ਕਾਉਂਸਲਰਸ ਆਊਟ ਦੇਅਰ, ਐਂਡ ਜੇ ਦੇ ਥਿੰਕ ਕਿ ਸਿਚੁਏਸ਼ਨ ਉਸ ਤੋਂ ਵੀ ਜਾਂ ਅੱਗੇ ਲੰਘ ਗਿਆ, ਦੇ ਨੀਡ ਹੈਲਪ, ਦੈਨ ਇੱਥੇ ਡੀਟੌਕਸ ਸੈਂਟਰ ਨੇ, ਦੇ ਕੈਨ ਜਸਟ ਪ੍ਰੈਜ਼ੈਂਟ ਦੈਮਸੈਲਫ ਦੇਅਰ, ਤੇ ਫਿਜ਼ੀਸ਼ੀਅਨ ਆ, ਕਾਉਂਸਲਰ ਨੇ, ਸੋ ਦੇ ਗੋ ਥਰੂ ਐਵਰੀਥਿੰਗ, ਹੈਲਪ ਦੈਮ ਆਊਟ, ਰਾਈਟ। ਸੋ ਇਸ ਕਰਕੇ ਜਿਹੜਾ ਵੀ ਇੱਦਾਂ ਨਿਗਾ ਜੀ ਵਨਸ ਅਡਿਕਟ ਆਲਵੇਜ਼ ਅਡਿਕਟ, ਇਸ ਤਰ੍ਹਾਂ ਨਿਗਾ। ਦੇਰ ਆਰ ਸੋ ਮੈਨੀ ਸਟੋਰੀਜ਼ ਆਊਟ ਦੇਅਰ। ਤੁਸੀਂ ਦੇਖੋ ਜਿੱਦਾਂ ਈਸਟ ਵੈਂਕੂਵਰ ਦੇ ਵਿੱਚ ਈਸਟ ਸਾਈਡ 'ਤੇ ਜਿਹੜੀ ਪ੍ਰੋਬਲਮ ਸੀ, ਸੋ ਮੈਨੀ ਆਰਗਨਾਈਜੇਸ਼ਨ ਉੱਥੋਂ ਇਵੋਲਵ ਹੋਈਆਂ, ਦੇ ਹੈਲਪ ਉੱਥੋਂ। ਉਹਦੇ ਵਿੱਚ ਕਈ ਅਜਿਹੇ ਰੈਜ਼ੀਡੈਂਟਸ ਨੇ ਜਿਹੜੇ ਪਹਿਲਾਂ ਯੂਜ਼ ਕਰਦੇ ਸੀ ਸਬਸਟੈਂਸਿਸ, ਰਾਈਟ। ਉੱਥੋਂ ਉਸ ਚੀਜ਼ 'ਚੋਂ ਨਿਕਲ ਕੇ ਨਾਓ ਦੇ ਟਰਾਈਂਗ ਟੂ ਹੈਲਪ ਅਦਰ ਪੀਪਲ। ਸੋ ਅਗੇਨ ਇੱਦਾਂ ਨਹੀਂ ਹੈ ਕਿ ਵਨਸ ਸਮਬਡੀ ਸਟਾਰਟਸ ਉਹ ਛੱਡ ਨਹੀਂ ਸਕਦੇ, ਬਟ ਇੱਦਾਂ ਇਸ ਗੌਰਮੈਂਟ ਦੀ ਜਿਹੜੀ ਅਪਰੋਚ ਆ, ਜਿੱਥੇ ਤੱਕ ਮੈਂ ਪੜ੍ਹਿਆ, ਅਪਰੋਚ ਇਹੀ ਹੈ ਕਿ ਕੋਈ, ਬਿਕੋਜ਼ ਇਹਦੇ ਵਿਡਰੋਲ ਸਿੰਪਟਮਸ ਨੇ, ਜਦੋਂ ਕੋਈ ਵੀ ਸਟਾਰਟ ਕਰਦਾ ਹੈ ਯੂਜ਼ ਕਰਨਾ ਐਂਡ ਉਹਨੂੰ ਇੱਕੋਦਮ ਛੱਡਦੇ ਨੇ। ਕਈਆਂ ਦੇ ਦਿਮਾਗ ਦੇ ਵਿੱਚ ਇਹ ਵੀ ਹੈ ਕਿ ਹਾਂਜੀ ਕਿ ਵਾਈ ਡੋਂਟ ਦਿਸ ਜਸਟ ਸਟਾਪ ਯੂਜ਼ਿੰਗ, ਰਾਈਟ। ਬੰਦ ਕਰ ਦੇਣ ਇੱਕੋਦਮ, ਕਿਉਂ ਕਰਨਾ ਹੈ ਨਸ਼ਾ, ਬਿਕੋਜ਼ ਉਸ ਕਰਕੇ ਇਹਨੂੰ ਸਮਝਣ ਦੀ ਲੋੜ ਆ ਕਿ ਹੈਲਥ ਪ੍ਰੋਬਲਮ ਆ, ਰਾਈਟ। ਐਂਡ ਹਰੇਕ ਮੈਡੀਸਨ ਜਾਂ ਕੋਈ ਵੀ ਕੈਮੀਕਲ ਆ, ਇਟ ਚੇਂਜ ਸਮਥਿੰਗ ਇਨ ਯੋਰ ਬੋਡੀ। ਸੋ ਜਦੋਂ ਕੋਈ ਯੂਜ਼ ਕਰਨਾ ਸ਼ੁਰੂ ਕਰ ਜਾਂਦਾ ਆ, ਉਹਦੀ ਜਿਹੜੀ ਅਸੈਪਟੈਂਸ ਆ ਬ੍ਰੇਨ ਦੇ ਵਿੱਚ, ਜਿਹੜੀ ਕੈਮਿਸਟਰੀ ਆ, ਉਹ ਹੌਲੀ ਹੌਲੀ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ। ਦੇਰ ਸੋ ਮੈਨੀ ਸਟੱਡੀਜ਼ ਆਊਟ ਦੇਅਰ। ਸੋ ਜੇ ਤੁਸੀਂ ਕਹੋ ਵੀ ਹਾਂਜੀ ਇਸ ਯੂਜ਼ ਕਰਨਾ ਬੰਦ ਕਰ ਦੇ, ਇੱਦਾਂ ਇਹ ਹੋ ਸਕਦਾ ਕਈਆਂ ਦੇ ਲਈ ਇਹ ਅਪਰੋਚ ਸਕਸੈਸਫੁਲ ਹੋਵੇ, ਬਟ ਐਜ਼ ਪਰ ਸਟੱਡੀਜ਼ ਇਹ ਇੰਨੀ ਜ਼ਿਆਦਾ ਸਕਸੈਸਫੁਲ ਨਹੀਂ ਹੈ। ਯਾਨੀ ਕਿ ਐਡਿਕਸ਼ਨ ਐਜ਼ ਪਰ ਸਟੱਡੀ ਨਹੀਂ ਖਤਮ ਹੋ ਸਕਦੀ, ਇੱਦਾਂ ਨਹੀਂ ਹੋ ਸਕਦਾ ਕਿ ਤੁਸੀਂ ਇੱਕਦਮ ਛੱਡ ਦਿਓ। ਕਈਆਂ ਦਾ ਅਗੇਨ ਐਵਰੀਬਡੀ ਇਜ਼ ਇੰਡੀਵਿਜੂਅਲ, ਉਹਨਾਂ ਦੀ ਹੈਲਥ ਨੀਡਸ ਇੰਡੀਵਿਜੂਅਲ ਨੇ, ਬਟ ਜਿਹੜੀ ਮੋਸਟ ਅਡੋਪਟਡ ਅਪਰੋਚ ਆ ਉਹ ਇਹੀ ਹੈ ਕਿ ਹਾਂਜੀ ਇਹਨੂੰ ਤੁਸੀਂ ਸੇਫੈਸਟ ਅਲਟਰਨੇਟਿਵ ਪ੍ਰੋਵਾਈਡ ਕਰੋ, ਸੇਫੈਸਟ ਅਲਟਰਨੇਟਿਵ ਪ੍ਰੋਵਾਈਡ ਕਰੋ, ਬਿਕੋਜ਼ ਵਿਡਰੋਲਸ ਜਿਹੜੇ ਨੇ ਉਹ ਵੀ ਡੈਡਲੀ ਹੋ ਸਕਦੇ ਨੇ। ਸੋ ਉਹ ਸੇਫੈਸਟ ਅਲਟਰਨੇਟਿਵ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਗੇਨ ਡਿਫਰੈਂਟ ਤਰ੍ਹਾਂ ਦੀਆਂ ਮੈਡੀਕੇਸ਼ਨਸ ਨੇ। ਯੂ ਕੈਨ ਟਾਕ ਟੂ ਯੂਰ ਡਾਕਟਰ ਐਂਡ ਉਹ ਤੁਹਾਨੂੰ ਹੈਲਪ ਕਰ ਸਕਦੇ ਆ ਇਸ ਚੀਜ਼ ਲਈ। ਜੀ ਸੋ ਅਮਰੀਕ, ਕਾਫੀ ਹੱਦ ਤੱਕ ਤਾਂ ਹੀ ਇਹ ਚੀਜ਼ਾਂ ਹੁੰਦੀਆਂ ਵੀ ਜੇ ਐਡਿਕਸ਼ਨ ਖਤਮ ਨਹੀਂ ਹੋ ਸਕਦੀ ਸਟੱਡੀ ਦੇ ਮੁਤਾਬਕ, ਤਾਂ ਰੀਹੈਬ ਦੇ ਵਿੱਚ ਵੀ ਕਈ ਲੋਕ ਭੇਜੇ ਜਾਂਦੇ ਨੇ। ਉਦੋਂ ਤੱਕ ਤਾਂ ਉੱਥੇ ਜਦੋਂ ਅੰਦਰ ਹੁੰਦੇ ਨੇ ਉਦੋਂ ਨਸ਼ਾ ਨਹੀਂ ਕਰਦੇ, ਪਰ ਬਾਹਰ ਆਉਂਦੇ ਹੀ ਉਹ ਫਿਰ ਇਸ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦੇ। ਅਗੇਨ ਇਹ ਨਹੀਂ ਗਾ ਕਿ ਖਤਮ ਨਹੀਂ ਹੋ ਸਕਦੀ, ਹੈ ਨਾ। ਇਹ ਹੈ ਕਿ ਉਹਦੇ ਵਿੱਚੋਂ ਜਿਹੜਾ ਪਰਸੈਂਟੇਜ ਆ ਉਹ ਹੋ ਸਕਦਾ ਘੱਟ ਹੋਵੇ। ਰੀਲੈਪਸ ਹੋ ਸਕਦੇ ਨੇ, ਜਿੱਦਾਂ ਤੁਸੀਂ ਕਿਹਾ, ਜੇ ਕੋਈ ਟਰੀਟਮੈਂਟ ਸੈਂਟਰ ਤੋਂ ਬਾਹਰ ਆਉਂਦਾ ਆ। ਸੋ ਅਗੇਨ ਹਰੇਕ ਦਾ ਇਨਵਾਇਰਮੈਂਟ ਡਿਫਰੈਂਟ ਹੈ ਨਾ, ਕਿਸ ਕਾਰਨ ਕਰਕੇ ਉਹ ਇਸ ਚੀਜ਼ ਵੱਲ ਗਏ। ਜੇ ਤੁਸੀਂ ਫਿਰ ਵਾਪਸ ਆ ਕੇ ਸੇਮ ਇਨਵਾਇਰਮੈਂਟ ਦੇ ਵਿੱਚ ਰਹਿਣਾ, ਤੇ ਹੋ ਸਕਦਾ ਕਿ ਕੋਈ ਇੰਨਾ ਜ਼ਿਆਦਾ ਮੈਂਟਲੀ ਸਟਰੋਂਗ ਨਾ ਹੋਵੇ ਐਂਡ ਦੇ ਗੋ ਬੈਕ, ਜਿਹਨੂੰ ਅਸੀਂ ਰੀਲੈਪਸ ਕਹਿੰਦੇ ਹਾਂ ਕਿ ਰੀਲੈਪਸ ਕਰ ਜਾਣਾ ਹੋ। ਬਟ ਅਗੇਨ nothing could stop them to go back to doctor, ਕੋਈ ਇੱਦਾਂ ਦੀ ਗੱਲ ਨਹੀਂ ਗੀ। they can go always go back, talk to doctor again and again restart, right? because ਸਭ ਤੋਂ ਜਿਹੜੀ ਜ਼ਰੂਰੀ ਗੱਲ ਸਮਝਣ ਵਾਲੀ ਆ ਕਿ this is somebody's life at stake, right? ਤੇ ਕਈਆਂ ਨੂੰ ਇਹ ਲੱਗਦਾ ਜੀ ਕਿ ਜਿੱਦਾਂ ਮੈਨੂੰ ਕੋਈ ਨਹੀਂ ਜਾਣਦਾ, ਮੇਰੇ ਕਿਸੇ ਨੀਅਰ ਐਂਡ ਡੀਅਰ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ, ਤੇ ਕਈਆਂ ਨੂੰ ਲੱਗਦਾ ਵੀ ਇਹ ਪ੍ਰੋਬਲਮ ਹੀ ਨਹੀਂ ਹੈਗੀ। ਜੀ ਬਿਲਕੁਲ। ਸੋ ਅਨਲੈਸ ਕਿ ਤੁਸੀਂ ਯੂ ਆਰ ਅਫੈਕਟਡ ਬਾਏ ਦਿਸ ਪ੍ਰੋਬਲਮ, ਤੁਹਾਨੂੰ ਉਹਦਾ ਅਹਿਸਾਸ ਨਹੀਂ ਹੁੰਦਾ ਕਈ ਵਾਰੀ। ਬਿਲਕੁਲ। ਸੋ ਜਿੱਦਾਂ ਮੈਂ ਤੁਹਾਨੂੰ ਕਿਹਾ, ਆਪਣੀ ਕਮਿਊਨਿਟੀ ਛੋਟੀ ਆ, ਤੇ ਬਟ ਯੂ ਵਿਲ ਫਾਈਂਡ ਸੋ ਮੈਨੀ ਸਟੋਰੀਜ਼ ਅਰਾਊਂਡ ਕਿ ਹਾਂਜੀ ਕਿਸੇ ਨੇ ਇਹ ਓਵਰਡੋਜ਼ ਹੋ ਗਿਆ, ਉਹ ਓਵਰਡੋਜ਼ ਹੋ ਗਿਆ, ਰਾਈਟ। ਸੋ
ਜਦੋਂ ਕਿਸੇ ਤੇ ਆਪਣੇ ਆਪ ਤੇ ਬੀਤਦੀ ਆ ਫਿਰ ਪਤਾ ਲੱਗਦਾ। ਬਿਲਕੁਲ। ਸੋ ਤੁਸੀਂ ਐਲਸ ਦੈਨ ਗੋਇੰਗ ਟੂ ਦੈਟ ਪੁਆਇੰਟ ਤੁਸੀਂ ਪਹਿਲਾਂ ਹੀ ਉਸ ਅਪਰੋਚ ਨੂੰ ਅਡਾਪਟ ਕਰੋ ਕਿ ਹਾਂਜੀ ਦਿਸ ਇਜ਼ ਅ ਰੀਅਲ ਇਸ਼ੂ ਜਿਹਨੂੰ ਤੁਸੀਂ ਰੈਕੋਗਨਾਈਜ਼ ਕਰੋ ਜੀ। ਐਂਡ ਜੇ ਕੋਈ ਕਰਦਾ ਆ ਤੇ ਉਹਨੂੰ ਐਲਸ ਦੈਨ ਲੇਬਲਿੰਗ ਐਲਸ ਦੈਨ ਉਹਨੂੰ ਸਟਿਗਮਾਈਜ਼ ਕਰਨ ਦੇ ਤੁਸੀਂ ਉਹਨੂੰ ਪ੍ਰੋਵਾਈਡ ਸਪੋਰਟ। ਜੇ ਤੁਹਾਨੂੰ ਆਪ ਨਹੀਂ ਨੌਲੇਜ ਇਸ ਬਾਰੇ ਯੂ ਜਸਟ ਗਾਈਡ ਦੈਮ ਕਿ ਹਾਂਜੀ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਲਓ ਔਰ ਗਿਵ ਦੈਮ ਸਮ ਓਪਨ ਸਪੇਸ ਟੂ ਟਾਕ ਅਬਾਊਟ ਇਟ ਰੈਦਰ ਦੈਨ ਰਾਈਟ ਕਿ ਉਹਨੂੰ ਕ੍ਰਿਟਿਸਾਈਜ਼ ਕਰਨ ਦੇ। ਸੋ ਰੈਕੋਗਨਾਈਜ਼ ਇਟ ਐਜ਼ ਇਸ ਪ੍ਰੋਬਲਮ ਐਡਿਕਸ਼ਨ ਨੂੰ ਐਜ਼ ਅ ਹੈਲਥ ਪ੍ਰੋਬਲਮ ਰੈਕੋਗਨਾਈਜ਼ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਜੀ। ਰਾਈਟ। ਹਾਂਜੀ। ਤਾਂ ਕਿ ਉਹ ਡਰਨ ਨਾਲ ਖੁੱਲ੍ਹ ਕੇ ਗੱਲਬਾਤ ਕਰ ਸਕਣ ਤੇ ਉਹਦੇ ਚੋਂ ਨਿਕਲਣ ਲਈ ਸਾਡੇ ਸਾਰਿਆਂ ਦਾ ਸਾਥ ਵੀ ਉਹਨਾਂ ਨੂੰ ਮਿਲ ਸਕੇ। ਹਾਂਜੀ ਜੀ। ਅਮਰੀਕ, ਕੈਮੀਕਲ ਜਿਹੜੇ ਨਸ਼ੇ ਹੁੰਦੇ ਆ ਇਹਨਾਂ ਬਾਰੇ ਇਹਨਾਂ ਦਾ ਕੀ ਆਲਟਰਨੇਟਿਵ ਹੁੰਦਾ ਹੈ ਕੈਮੀਕਲ ਨਸ਼ਿਆਂ ਦਾ? ਸੋ ਕੈਮੀਕਲ ਦੇ ਵਿੱਚ ਜੇ ਆਪਾਂ ਜਿਹੜੀ ਮੈਂ ਰੀਸੈਂਟ ਰਿਪੋਰਟ ਦੀ ਗੱਲ ਕਰਦਾ ਜੇ ਉਹਦੇ ਵਿੱਚ ਦੇਖੀਏ ਆਪਾਂ ਤਾਂ ਜਿਹੜੀ ਸਭ ਤੋਂ ਜ਼ਿਆਦੀਆਂ ਡੈਥ ਸੀਗੀਆਂ ਉਹ ਫੈਂਟਨਾਈਲ ਕਰਕੇ ਸੀਗੀਆਂ। ਜੀ। ਰਾਈਟ। ਸੋ ਅਗੇਨ ਉਹਦਾ ਫੈਂਟਨਾਈਲ ਇਜ਼ ਅ ਵੈਰੀ ਪਾਵਰਫੁਲ ਐਂਡ ਸਟਰੋਂਗ ਡਰਗ। ਉਹਦੇ ਆਲਟਰਨੇਟਿਵ ਇਟ ਆਲ ਡਿਪੈਂਡਸ ਕਿ ਉਹ ਪੇਸ਼ੈਂਟ ਪਰਟੀਕੂਲਰ ਜਿਹੜਾ ਉਹ ਕਿਸ ਲੈਵਲ ਤੱਕ ਉਹ ਯੂਜ਼ ਕਰਦੇ ਸੀਗੇ ਹੈ ਨਾ। ਸੋ ਡਾਕਟਰ ਡਿਸਾਈਡ ਕਰਦੇ ਆ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਡਰਗ ਯੂਜ਼ ਕਰਦਾ ਆ ਸਬਸਟੈਂਸ ਯੂਜ਼ ਕਰਦੇ ਆ ਉਹਨੂੰ ਜਦੋਂ ਆਪਾਂ ਉਸ ਚੀਜ਼ ਤੋਂ ਹਟਾਉਂਦੇ ਆ ਟਰਾਈ ਕਰਦੇ ਆ ਕਿ ਉਹਨਾਂ ਨੂੰ ਸੇਫੈਸਟ ਅਲਟਰਨੇਟਿਵ ਪ੍ਰੋਵਾਈਡ ਕਰੀਏ ਉਸ ਚੀਜ਼ ਦੇ ਵਿਡਰਾਲ ਸਿੰਪਟਮਸ ਆਉਂਦੇ ਨੇ। ਸੋ ਇਟ ਆਲ ਡਿਪੈਂਡਸ ਕਿ ਉਹ ਕਿਸ ਲੈਵਲ ਤੱਕ ਡਰਗ ਯੂਜ਼ ਕਰਦੇ ਸੀ। ਸੋ ਮੈਨੀ ਡਿਫਰੈਂਟ ਅਗੇਨ ਜਿੱਦਾਂ ਮੈਂ ਕਿਹਾ ਜੀ ਡਿਫਰੈਂਟ ਅਲਟਰਨੇਟਿਵਸ ਨੇ ਆਪੋਇਡ ਇਗਨਿਸ ਥੈਰੇਪੀ ਦੇ ਵਿੱਚ ਤੁਸੀਂ ਡਾਕਟਰ ਨਾਲ ਗੱਲ ਕਰ ਸਕਦੇ ਹੋ। ਇਹਨਾਂ ਸਾਰੇ ਕੈਮੀਕਲਸ ਦਾ ਅਲਟਰਨੇਟ ਸੇਫ ਅਲਟਰਨੇਟ ਹੈਗਾ ਐਂਡ ਸੇਫ ਅਲਟਰਨੇਟ ਦੀ ਮੈਂ ਗੱਲ ਇਸ ਕਰਕੇ ਕਰਦਾ ਜਿੱਦਾਂ ਜੇ ਆਪਾਂ ਰਿਪੋਰਟ ਪੜ੍ਹੀਏ ਤੇ ਉਹਦੇ ਵਿੱਚ ਜਿਹੜੀਆਂ ਡੈਥਸ ਹੋਈਆਂ ਨੇ ਉਹ ਆਪਣੇ ਘਰ ਦੇ ਵਿੱਚ ਇਕੱਲੇ ਨਸ਼ਾ ਯੂਜ਼ ਕਰਦਿਆਂ ਹੋਈਆਂ ਸਭ ਤੋਂ ਜ਼ਿਆਦਾ। ਓਕੇ। ਰਾਈਟ। ਸੋ ਸਪੈਸ਼ਲੀ ਕੋਵਿਡ ਕਰਕੇ ਲੋਕਾਂ ਨੂੰ ਇੱਕ ਕਲੋਜ਼ ਸਪੇਸ ਮਿਲ ਗਈ ਜਿਹਦੇ ਵਿੱਚ ਜਿਹੜੇ ਸਬਸਟੈਂਸ ਯੂਜ਼ ਕਰਦੇ ਸੀਗੇ ਉਹਨਾਂ ਨੂੰ ਕਈਆਂ ਰੈਸਟ੍ਰਿਕਸ਼ਨਸ ਕਰਕੇ ਵੀ ਸੋ ਦੇयर ਵਾਸ ਐਵਰੀਥਿੰਗ ਰਾਈਟ। ਸੋ ਬਟ ਗਵਰਨਮੈਂਟ ਦੇ ਡਿਡ ਅਮੇਜ਼ਿੰਗ ਜੌਬ ਰਾਈਟ। ਉਹਨਾਂ ਨੇ ਕਈ ਆਪਣੇ ਸਾਡੇ ਪ੍ਰੈਕਟਿਸਿਸ ਦੇ ਵਿੱਚ ਬਹੁਤ ਚੇਂਜਸ ਲਿਆਂਦੀਆਂ। ਦੇ ਟਰਾਈ ਟੂ ਮੇਕ ਸ਼ੋਰ ਕਿ ਹਾਂਜੀ ਇਹ ਜਿਹੜੀਆਂ ਵੀ ਰੈਸਟ੍ਰਿਕਸ਼ਨਸ ਨੇ ਜਾਂ ਕੋਵਿਡ ਕਰਕੇ ਇਹਦਾ ਇੰਪੈਕਟ ਜਿਹੜਾ ਆ ਇਸ ਪਰਟੀਕੂਲਰ ਲੇਅਰ ਤੇ ਨਾ ਪਵੇ। ਅੱਗੇ ਜਾ ਕੇ ਹੋ ਸਕਦਾ ਆਪਾਂ ਦੇਖੀਏ ਕਿ ਜਿੰਨੀਆਂ ਇਹ ਜਿਹੜਾ ਸਾਰਾ ਫਰੇਮਵਰਕ ਜਦੋਂ ਆਪਾਂ ਕਿਹਾ 2016 ਤੋਂ ਐਮਰਜੈਂਸੀ ਸ਼ੁਰੂ ਹੋਈ ਆ ਫਿਗਰਸ ਭਾਵੇਂ ਵੱਧ ਰਹੀਆਂ ਨੇ ਬਿਕਾਜ਼ ਇਟ ਕੁਡ ਬੀ ਕਿ ਆਪਣੀ ਪੋਪੂਲੇਸ਼ਨ ਵੀ ਵੱਧਦੀ ਪਈ ਹੈ ਇੱਥੇ। ਸੋ ਬਟ ਅਗੇਨ ਇਹ ਜਿਹੜੀਆਂ ਪਾਲਿਸੀਜ਼ ਨੇ ਇਹ ਇੰਪਲੀਮੈਂਟ ਹੁੰਦਿਆਂ ਤੇ ਇਹਨਾਂ ਦੀ ਇਫੈਕਟਿਵਨੈਸ ਮੇਜਰ ਕਰਦੇ ਟੇਕਸ ਟਾਈਮ। ਸੋ ਹੋ ਸਕਦਾ ਸਾਨੂੰ ਅੱਗੇ ਜਾ ਕੇ ਇਹ ਜਿਹਾ ਡਾਟਾ ਵੀ ਮਿਲੇ ਕਿ ਹਾਂਜੀ ਜੋ ਸਰਕਾਰ ਨੇ ਕੀਤਾ ਉਹਦੇ ਵਿੱਚ ਹਾਰਮ ਰਿਡਕਸ਼ਨ ਦੇ ਕਰਕੇ ਜਾਂ ਕਿਸੇ ਵੀ ਹੋਰ ਚੀਜ਼ ਕਰਕੇ ਇਹ ਵਾਲੀਆਂ ਚੇਂਜਸ ਆਈਆਂ। ਜੀ। ਅਮਰੀਕ, ਇੱਦਾਂ ਹੋ ਸਕਦਾ ਕਿ ਲੋਕਾਂ ਨੂੰ ਇਸ ਤਰੀਕੇ ਨਾਲ ਇਨਕਰੇਜ ਕੀਤਾ ਜਾਏ ਕਿ ਉਹ ਆਪਣੇ ਆਪ ਨਸ਼ਾ ਛੱਡ ਦੇਣ? ਜੀ ਦੈਟਸ ਦਾ ਅਗੇਨ ਉਹ ਸਭ ਤੋਂ ਵਧੀਆ ਅਪਰੋਚ ਤਾਂ ਇਹੀ ਹੈ ਨਾ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜੇ ਤੁਸੀਂ ਕਹੋ ਕਿ ਇੱਕੋਦਮ ਕੋਈ ਨਸ਼ਾ ਛੱਡ ਦੇਵੇ ਔਰ ਕਿਹੜੀ ਬੈਸਟ ਇਨਕਰੇਜਮੈਂਟ ਦਾ ਕੀ ਤੌਰ ਤੇ ਤਰੀਕਾ ਹੋ ਸਕਦਾ ਕੀ ਵੇ ਹੋ ਸਕਦਾ? ਤਰੀਕਾ ਇਹੀ ਹੈ ਜੀ ਅਗੇਨ ਪਹਿਲਾਂ ਲੇਬਲਿੰਗ ਬੰਦ ਕਰੋ ਰਾਈਟ। ਕਿਸੇ ਨੂੰ ਲੇਬਲ ਨਹੀਂ ਕਰਨਾ ਕਿਸੇ ਨੂੰ ਸਟਿਗਮਾਈਜ਼ ਨਹੀਂ ਕਰਨਾ ਐਂਡ ਉਹਨਾਂ ਨੂੰ ਤੁਸੀਂ ਜਸਟ ਗਿਵ ਦੈਮ ਸਮ ਰੂਮ ਟੂ ਸ਼ੇਅਰ देयर ਸਟੋਰੀ। ਜੀ। ਹੋ ਸਕਦਾ ਤੁਹਾਡੇ ਕੋਲ ਉਸ ਚੀਜ਼ ਦਾ ਹੱਲ ਹੋਵੇ ਐਜ਼ ਅ ਇੰਡੀਵਿਜੂਅਲ ਬਟ ਹੋ ਸਕਦਾ ਕਿ ਜੇ ਤਾਂ ਉਹਨੂੰ ਮੈਡੀਕਲ ਹੈਲਪ ਦੀ ਲੋੜ ਆ ਐਂਡ ਦੈਨ ਜਿੱਦਾਂ ਮੈਂ ਤੁਹਾਨੂੰ ਕਿਹਾ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਆ ਐਂਡ ਵਿਡਰਾਲ ਸੈਂਟਰਸ ਨੇ देयर ਆਰ ਕਾਉਂਸਲਰਸ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ। ਜੀ। ਲੋਕਾਂ ਦੀ ਬਹੁਤ ਜ਼ਿਆਦਾ ਜਿਹੜੀ ਕਹਿ ਸਕਦੇ ਆ ਵੀ ਟੈਕਸ ਦੀ ਜਿਹੜੀ ਡਾਲਰ ਮਨੀ ਹੈ ਉਹ ਕਾਫੀ ਹੱਦ ਤੱਕ ਐਡਿਕਸ਼ਨ ਦੇ ਵਿੱਚ ਜਾ ਰਹੀ ਹੈ। ਸਰਕਾਰਾਂ ਲਈ ਵੀ ਇੱਕ ਚਿੰਤਾ ਹੈ ਆਮ ਲੋਕਾਂ ਲਈ ਵੀ। ਕੀ ਸਰਕਾਰਾਂ ਦੇ ਵੱਲੋਂ ਅਮਰੀਕ ਆਪਣਾ ਰੋਲ ਨਿਭਾਇਆ ਜਾ ਰਿਹਾ ਤੇ ਕੀ ਹੋਰ ਅੱਗੇ ਜਿਹੜੀਆਂ ਇਹੋ ਜਿਹੀਆਂ ਸਕੀਮਾਂ ਲਿਆਉਣ ਦੀ ਲੋੜ ਹੈ ਜਿਹਦੇ ਨਾਲ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕੇ? ਐਟਲੀਸਟ ਘਟਦੇ ਹੀ ਇਹ ਚੀਜ਼ ਖਤਮ ਹੋਣੀ ਹੈ। ਸੋ ਤੁਸੀਂ ਆਪਣੇ ਤੌਰ ਦੇ ਉੱਤੇ ਕੀ ਸੋਚਦੇ ਹੋ? ਮੇਰੇ ਹਿਸਾਬ ਨਾਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀਆਂ ਓਵਰਡੋਜ਼ ਕਰਕੇ ਡੈਥਸ ਨੇ ਉਹਦੇ ਡੇਟਾ ਦੇ ਵਿੱਚ ਇਹ ਵੀ ਆ ਕਿ ਜੇ ਤੁਸੀਂ ਦੇਖੋ ਕਿ ਜੇ ਆਪਾਂ ਨੂੰ ਇਕਨੋਮਿਕਲੀ ਉਹਨਾਂ ਨੂੰ ਦੇਖੀ ਉਸ ਗਰੁੱਪਸ ਨੂੰ ਸੋ ਦੋਜ਼ ਆਰ ਗਰੁੱਪਸ ਕਿ ਜਿੱਦਾਂ ਜੇ ਕਿਸੇ ਨੂੰ ਕੋਈ ਸੋਸ਼ਲ ਅਸਿਸਟੈਂਸ ਤੇ ਆ ਜਿਹੜੇ ਉਹ ਦਿਨ ਨੇ ਜਿਹੜੇ ਦਿਨ ਉਹਨਾਂ ਨੂੰ ਸੋਸ਼ਲ ਅਸਿਸਟੈਂਸ ਮਿਲਦੀ ਆ ਉਹ ਉਹਨਾਂ ਦਿਨਾਂ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਆ ਡੈਥਸ ਦੇ ਵਿੱਚ rather than other days ਜਿਹੜੇ normal days of the week ਨਾ। ਸੋ
ਅਗੇਨ ਜੇ ਆਪਾਂ ਕਹੀਏ ਕਿ ਹਾਂਜੀ ਤੁਸੀਂ ਸਰਕਾਰ ਦੇ ਵੱਲੋਂ ਸਪੋਰਟ ਸਿਸਟਮ ਬੰਦ ਕਰ ਦਿਓ ਜੀ, ਲੋਕਾਂ ਨੂੰ ਆਪਣੇ ਆਪ ਤੇ ਜਿਹੜੀਆਂ ਡਰੱਗਸ ਛੱਡ ਦੇਣ, ਜੀ ਸੋ ਉਹ ਇਟਸ ਨਾਟ ਗੋਣਾ ਵਰਕ ਲਾਈਕ ਦੈਟ। ਸੋ ਸਰਕਾਰ ਦੈਟਸ ਵਾਈ ਕਿ ਇਸ ਜਿਹੜਾ ਫਰੇਮਵਰਕ ਇਹਨੂੰ ਹਮੇਸ਼ਾ ਰਿਫਾਈਨ ਕਰੀ ਜਾਂਦੇ ਨੇ ਕਿ ਜੇ ਇਹਨਾਂ ਨੂੰ ਸੇਫਰ ਅਲਟਰਨੇਟਿਵ ਨਹੀਂ ਮਿਲਿਆ ਤੇ ਦੈਨ ਉਹ ਡੇਟਾ ਤੁਹਾਨੂੰ ਕਲੀਅਰਲੀ ਇੰਡੀਕੇਟ ਕਰਦਾ ਹੈ ਕਿ ਹਾਂਜੀ ਉਹਨਾਂ ਨੇ ਕੋਈ ਨਾ ਕੋਈ ਹੋਰ ਸਬਸਟੈਂਸ ਜਿਹੜਾ ਯੂਜ਼ ਕਰ ਲੈਣਾ, ਐਂਡ ਡਿਊ ਟੂ ਤੁਹਾਨੂੰ ਪਤਾ ਨਹੀਂ ਕਿ ਉਹਦੇ ਵਿੱਚ ਕੀ ਆ। ਬਿਲਕੁਲ ਰਾਈਟ। ਸੋ ਸੇਫੈਸਟ ਅਲਟਰਨੇਟਿਵ ਦਾ ਮਤਲਬ ਇਹ ਨਹੀਂਗਾ ਕਿ ਹਾਂਜੀ ਤੁਸੀਂ ਕੋਈ ਮੈਡੀਕਲ ਡਾਕਟਰ ਨਾਲ ਗੱਲ ਕਰਕੇ ਸੇਫੈਸਟ ਅਲਟਰਨੇਟਿਵ ਲੈਣਾ। ਆਈ ਬਲੀਵ ਇਫ ਆਈ ਐਮ ਨਾਟ ਰੋਂਗ ਕਿ ਜਿਹੜੀਆਂ ਚੀਜ਼ ਕੋਈ ਲੈਂਦੇ ਆ ਉਹਨਾਂ ਦੀ ਟੈਸਟਿੰਗ ਵੀ ਕਰਾ ਸਕਦੇ ਆ। ਰਾਈਟ। ਸੋ ਬਿਕੋਜ਼ ਜਿਹੜਾ ਵੀ ਨਸ਼ਾ ਆ, ਕੋਈ ਵੀ ਤੁਸੀਂ ਕੁਛ ਬਾਏ ਕਰਦੇ ਆ, ਉਹਦੇ ਵਿੱਚ ਯੂ ਡੋਂਟ ਨੋ ਕੀ ਮਿਕਸ ਆ। ਬਿਲਕੁਲ ਹਾਂ। ਸੋ ਸਰਕਾਰਾਂ ਇੱਕ ਤਾਂ ਉਹਦੇ ਲਈ ਸੇਫ ਪਲੇਸ ਦੇ ਰਹੀਆਂ। ਦੇਰ ਆਰ ਸੋ ਮੈਨੀ ਪਲੇਸਿਸ ਕਿ ਹਾਂਜੀ ਜਿੱਥੇ ਤੁਸੀਂ ਇੱਕ ਤਾਂ ਤੁਸੀਂ ਇਕੱਲੇ ਨਾ ਯੂਜ਼ ਕਰੋ, ਦੇਰ ਆਰ ਸੋ ਮੈਨੀ ਐਪਸ ਕਿ ਤੁਸੀਂ ਐਪਸ ਡਾਊਨਲੋਡ ਕਰੋ ਐਂਡ ਯੂ ਜਿਹੜੇ ਵੀ ਕੋਈ ਨਸ਼ਾ ਕਰਦੇ ਆ ਉੱਥੇ ਰਜਿਸਟਰ ਕਰਦੇ ਕਿ ਹਾਂਜੀ ਆਮ ਸਟਾਰਟਿੰਗ ਟੂ ਯੂਜ਼ ਇਟ, ਮੈਂ ਯੂਜ਼ ਕਰ ਰਿਹਾ। ਜੇ ਤੁਸੀਂ ਉਹਨੂੰ ਰਿਸਪੌਂਡ ਨਹੀਂ ਕਰਦੇ ਬੈਕ ਐਂਡ ਉਹ ਆਟੋਮੈਟਿਕਲੀ ਉਹਦੇ ਸਰਕਲ ਦੇ ਵਿੱਚ ਦੈਨ ਯੂ ਵਿਲ ਗੈਟ ਇਮੀਡੀਏਟ ਮੈਡੀਕਲ ਹੈਲਪ ਜੇ ਤੁਸੀਂ ਪਾਰਟੀਕੂਲਰ ਟਾਈਮ ਫਰੇਮ ਦੇ ਵਿੱਚ ਨਹੀਂ ਰਿਸਪੌਂਡ ਕਰਦੇ। ਸੋ ਅਗੇਨ ਦੇਰ ਸੋ ਮੈਨੀ ਪਾਲਿਸੀਜ਼ ਬਟ ਗ੍ਰਾਸ ਰੂਟ ਪ੍ਰੋਬਲਮ ਜਿਹੜੀ ਆ ਇਹੀ ਆ ਜੀ ਕਿ ਸਾਨੂੰ ਇਹਨੂੰ ਰੈਕੋਗਨਾਈਜ਼ ਕਰਨਾ ਚਾਹੀਦਾ ਕਿ ਇਹ ਹੈਲਥ ਪ੍ਰੋਬਲਮ ਆ rather than ਇਹਨੂੰ ਆਪਾਂ ਸਟਿਗਮਾਈਜ਼ ਕਰੀਏ, ਪੁਸ਼ ਪੀਪਲ ਅਵੇ। ਸੋ ਪ੍ਰੋਵਾਈਡ them a good support network। ਸੋ ਸਾਡੀ ਆਪਣੇ ਇਸ ਭਾਈਚਾਰੇ ਦੇ ਵਿੱਚ ਫੈਮਿਲੀ ਵੈਲਿਊਜ਼ ਬਹੁਤ ਜ਼ਿਆਦਾ। ਰਾਈਟ। ਸੋ ਆਪਾਂ ਇੱਕ ਦੂਜੇ ਨਾਲ ਕਲੋਜ਼ ਰਹਿੰਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ। ਦੋ ਹਾਈ ਪੇਸਡ ਵਰਕ ਇਨਵਾਇਰਮੈਂਟ ਹਰ ਇੱਥੇ ਹੈਗਾ ਹੀ ਆ। ਰਾਈਟ। ਤੁਹਾਨੂੰ ਪਤਾ ਸਾਰਾ ਦਿਨ ਕੰਮ ਕਰਦੇ ਨੇ, ਬਟ ਯੂ can always find time to talk to someone if you really want to। ਬਿਲਕੁਲ। ਸੋ ਉਹ ਜਿਹੜਾ ਸਪੋਰਟ ਨੈਟਵਰਕ ਆ ਉਹ ਜੇ ਉੱਥੇ ਹੈਗਾ ਆ ਐਂਡ ਸਰਕਾਰਾਂ ਆਪਣਾ ਕੰਮ ਕਰਦੀਆਂ ਪਈਆਂ, ਡਾਕਟਰਸ ਜਿਹੜੇ ਨੇ ਸੋ ਮੈਨੀ ਐਕਸਪੀਰੀਅੰਸਡ ਡਾਕਟਰਸ ਦੇ ਆਰ ਟਰਾਈਂਗ ਟੂ ਪ੍ਰੋਵਾਈਡ ਸੇਫ ਅਲਟਰਨੇਟਿਵਸ। ਰਾਈਟ। ਐਂਡ ਵੀ ਆਰ ਟਰਾਈਂਗ ਆਵਰ ਬੈਸਟ। ਹੋਪਫੁਲੀ ਇੱਕ ਦਿਨ ਇਹ ਹੈਲਪ ਹੋ ਜੂਗੀ। ਬਿਲਕੁਲ। ਔਰ ਹੋ ਸਕਦਾ ਕਿ ਜਲਦੀ ਅਸੀਂ ਉਹ ਵੀ ਸ਼ੋਅ ਕਰਦੇ ਨਜ਼ਰ ਆਈਏ ਵੀ ਵਾਕਈ ਇਹ ਚੀਜ਼ ਘਟਦੀ ਫਿਲਹਾਲ ਰੁਕਣ ਦੀ ਕਗਾਰ ਤੇ ਆ ਗਈ ਹੋਈ ਹੈ। ਜੀ ਬਿਲਕੁਲ ਜੀ। ਅਮਰੀਕ, ਅਖੀਰ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹਾਂਗੇ ਇੱਕ ਤਾਂ ਕੀ ਕਹਿਣਾ ਚਾਹੋਗੇ ਖਾਸ ਕਰਕੇ ਕਿਉਂਕਿ ਇਹ ਵੀ ਇੱਕ ਚੰਗੀ ਕੌਜ਼ ਕਹੀ ਜਾ ਸਕਦੀ, ਜਿਵੇਂ ਤੁਸੀਂ ਕਿਹਾ ਵੀ ਕਿਸੇ ਨਾ ਕਿਸੇ ਨਾਲ ਥੋੜ੍ਹਾ ਵਕਤ ਕੱਢ ਕੇ ਗੱਲ ਜ਼ਰੂਰ ਕਰੋ, ਜਿਵੇਂ ਅਸੀਂ ਕਰ ਰਹੇ ਹਾਂ। ਜਿੰਨਾ ਵਕਤ ਨਿਕਲਿਆ ਅਸੀਂ ਇਸ ਟੌਪਿਕ 'ਤੇ ਗੱਲ ਕਰਦੇ ਹਾਂ ਤਾਂ ਕਿ ਜਿਹੜੇ ਵੀ ਲੋਕ ਹੈਗੇ ਨੇ ਇਸ ਬਾਰੇ ਸੋਚ ਰਹੇ ਨੇ ਜਾਂ ਸਟਾਰਟਿੰਗ ਹੋ ਚੁੱਕੀ ਜਾ ਚੁੱਕੇ ਨੇ ਇਸ ਚੀਜ਼ ਦੇ ਵਿੱਚ ਜਾਂ ਫਿਰ ਆਲਰੇਡੀ ਕਾਫੀ ਟਾਈਮ ਤੋਂ ਕਰ ਰਹੇ ਨੇ, ਉਹ ਸਾਰੇ ਸੁਣ ਕੇ ਉਹਨਾਂ ਨੂੰ ਕੁਛ ਚੰਗੇ ਆਲਟਰਨੇਟਿਵ ਮਿਲ ਸਕਣ, ਨਾ ਕਿ ਉਹ ਕਿਸੇ ਤੋਂ ਡਰਨ, ਖੁੱਲ੍ਹ ਕੇ ਐਟਲੀਸਟ ਉਹ ਗੱਲ ਕਰ ਸਕਣ, ਉਹਨਾਂ ਨੂੰ ਨੇ ਠੀਕ ਉਹ ਛੱਡ ਸਕਦੇ ਨੇ, ਉਹਨਾਂ ਨੂੰ ਮਦਦ ਮਿਲ ਸਕਦੀ ਹੈ। ਇਹ ਸਭ ਚੀਜ਼ਾਂ ਠੀਕ ਹੈ। ਔਰ ਸਪੈਸ਼ਲੀ ਇਲੀਗਲ ਜਿਹੜਾ ਨਸ਼ਾ ਹੈ, ਕਿਉਂਕਿ ਜਦੋਂ ਕਿਸੇ ਨੂੰ ਕੁਝ ਅਵੇਲੇਬਲ ਨਹੀਂ ਹੁੰਦਾ ਤਾਂ ਸ਼ਾਇਦ ਉਹ ਇਲੀਗਲ ਨਸ਼ੇ ਵੱਲ ਨੂੰ ਜਾਂਦੇ। ਸਾਨੂੰ ਇੰਨੀ ਜਾਣਕਾਰੀ ਨਹੀਂ ਵੀ ਇਲੀਗਲ ਨਸ਼ੇ ਵੱਲ ਕਿਹੜੇ ਸਰਕਮਸਟਾਂਸਿਸ ਦੇ ਵਿੱਚ ਜਿਹੜੀ ਹੈ ਲੋਕ ਚਲੇ ਜਾਂਦੇ ਨੇ। ਸੋ ਪਲੀਜ਼ ਥੋੜ੍ਹਾ ਜਿਹਾ ਅਖੀਰ ਦੇ ਵਿੱਚ ਸਾਨੂੰ ਉਹਦੇ ਬਾਰੇ ਵੀ ਦੱਸੋ। ਜੀ। ਐਜ਼ ਪਰ ਦਾ ਸਟੱਡੀਜ਼ ਜਿਹੜਾ ਅਗੇਨ ਐਡਿਕਸ਼ਨ ਜਾਂ ਸਬਸਟੈਂਸ ਯੂਜ਼ ਕਰਨ ਦਾ there are so many reason। ਕਈਆਂ ਨੂੰ ਚਾਈਲਡਹੁੱਡ ਦੇ ਵਿੱਚ ਕੋਈ ਉਹਨਾਂ ਨਾਲ ਕੋਈ ਪ੍ਰੋਬਲਮ ਹੋਈ ਹੁੰਦੀ ਆ, ਕਈਆਂ ਦਾ ਅਗੇਨ ਸੋਸ਼ਲ ਨੈਟਵਰਕ ਕਿੱਦਾਂ ਦਾ ਹੈ ਜੀ। ਅਗੇਨ ਹਰੇਕ ਇੰਡੀਵਿਜੂਅਲ ਦੀ ਯੂਨੀਕ ਸਟੋਰੀ ਹੈ ਨਾ ਜੀ। ਸੋ ਦੇਖਣਾ ਚਾਹੀਦਾ। ਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਸ਼ੇਅਰ ਕਰਦਾ ਕਿ ਇਹਨੂੰ ਜੇ ਕੋਈ ਓਵਰਡੋਜ਼ ਨਾਲ ਜੇ ਕਿਸੇ ਦੀ ਡੈਥ ਹੁੰਦੀ ਆ ਉਹਨੂੰ ਨੋਨ ਨੈਚੁਰਲ ਮੰਨਦੇ ਆ, ਨੈਚੁਰਲ ਡੈਥ ਨਹੀਂ ਆ। ਰਾਈਟ। ਸੋ ਜੇ ਆਪਾਂ ਦੇਖੀਏ ਇਨ ਜਿਹੜੀ ਪਾਸਟ 'ਚ ਸਾਡੇ ਹੁਣ ਪੈਂਡੈਮਿਕ ਕਰਕੇ ਵੀ ਇਹ 2019 ਤੋਂ ਬਾਅਦ ਦਾ ਡੇਟਾ ਆ ਕਿ ਜਿਹੜੀ ਇਹ ਡੈਥ ਰੇਟ ਆ ਇਹ ਵਧਿਆ। ਅਗੇਨ ਇਹਦੇ ਨਾਲ ਹੋਰ ਲਿੰਕਡ ਜੇ ਆਪਾਂ ਨੂੰ ਥੋੜ੍ਹਾ ਜਿਹਾ ਹੋਰ ਡੀਪ ਪੜ੍ਹੀਏ ਉਹਦੇ ਵਿੱਚ ਸੁਸਾਈਡਸ ਵੀ ਸੀਗੇ, ਸੁਸਾਈਡਸ ਵੀ ਇਨਕਲੂਡਡ ਨੇ। ਜੇ ਆਪਾਂ ਦੇਖੀਏ ਹੋ ਸਕਦਾ ਕਿ ਉਹ ਯੂਜ਼ ਕਰਦੇ ਹੁਣ ਸਬਸਟੈਂਸ, ਹੋ ਸਕਦਾ ਨਾ, ਬਟ ਉਹਨਾਂ ਦੀ ਜਿਹੜੀ ਨੰਬਰ ਆ ਉਹ ਐਕਸਪੋਨੈਂਸ਼ੀਅਲ ਇਨਕਰੀਜ਼ ਆ 2019 ਤੋਂ ਲੈ ਕੇ ਅੱਜ ਤੱਕ। ਜੀ। ਰਾਈਟ। ਸੋ ਬੈਸਟ ਥਿੰਗ ਤਾਂ ਇਹੀ ਆ ਜੀ ਅਗੇਨ ਕਿ ਆਪਾਂ ਉਹਨਾਂ ਦੇ ਗ੍ਰਾਸ ਰੂਟ, ਜਿੱਦਾਂ ਮੈਂ ਤੁਹਾਨੂੰ ਕਿਹਾ, ਕਿ ਦੇਖੀਏ ਪ੍ਰੋਬਲਮ ਕੀ ਆ। ਹਰੇਕ ਦੀ ਯੂਨੀਕ ਪ੍ਰੋਬਲਮ ਆ ਤੇ ਕਿਸੇ ਨਾਲ ਹੋ ਸਕਦਾ ਅਗੇਨ ਹਰੇਕ ਦੇ ਡਿਫਰੈਂਟ ਸਰਕਮਸਟੈਂਸਸ ਦਾ, ਕਿਸੇ ਨੂੰ ਕਿਸੇ ਤਰ੍ਹਾਂ ਦਾ ਸਟ੍ਰੈਸ ਆ, ਕਿਸੇ ਨੂੰ ਕਿਸੇ ਤਰ੍ਹਾਂ ਦਾ ਸਟ੍ਰੈਸ ਆ, ਬਟ ਉਹਦੇ ਨੂੰ ਵੈਂਟ ਆਊਟ ਕਹਿੰਦੇ ਆ ਕਿ ਤੁਸੀਂ ਜਦੋਂ ਗੱਲਬਾਤ ਸ਼ੁਰੂ ਕਰਦੇ ਹੋ ਕਿਸੇ ਨਾਲ, ਜਾਂ ਤੁਸੀਂ ਉਹਨਾਂ ਨੂੰ ਉਹਨਾਂ ਕੁ ਰੂਮ ਪ੍ਰੋਵਾਈਡ ਕਰਦੇ ਹੋ ਐਂਡ ਕੰਫਰਟੇਬਲ ਇਨਵਾਇਰਮੈਂਟ ਪ੍ਰੋਵਾਈਡ ਕਰਦੇ ਹੋ, ਇੱਦਾਂ ਵੀ ਤੁਹਾਡੇ ਨਾਲ ਜੇ ਕੋਈ ਗੱਲ ਸ਼ੇਅਰ ਕਰਦਾ ਹੈ ਉਹ ਤੁਹਾਡੇ ਤੇ ਉਹਨਾਂ ਦੇ ਵਿੱਚ ਹੀ ਰਵੇ, ਰੈਦਰ ਦੈਨ ਕਿ ਉਹਨੂੰ ਸਟਿਗਮਾਈਜ਼ ਕਰੋ ਕਿ ਹਾਂਜੀ ਜਾਂ ਲੇਬਲ ਕਰੋ। ਹਾਂਜੀ। ਸੋ ਉਹ ਚੀਜ਼ਾਂ ਜੇ ਆਪਾਂ ਸੋਸਾਇਟੀ ਦੇ ਵਿੱਚ ਕਰੀਏ ਤੇ ਆਪਾਂ ਆਪਣੇ ਲੈਵਲ ਤੇ ਉਹ ਕੰਮ ਕਰ ਰਹੇ ਹਾਂ। ਆਪਾਂ ਜੇ ਕੰਮ ਕਰੀਏ ਉਹ ਹੋ ਸਕਦਾ ਕਿਤੇ ਨਾ ਕਿਤੇ ਡਿਫਰੈਂਸ ਇਸ ਚੀਜ਼ ਦਾ ਤੁਹਾਨੂੰ ਸ਼ੋ ਹੋਵੇ।
ਜੀ ਬਿਲਕੁਲ ਜੀ। ਥੈਂਕ ਯੂ ਸੋ ਮਚ ਅਮਰੀਕ, ਤੁਸੀਂ ਆਏ ਔਰ ਬਤੌਰ ਇੱਕ ਫਾਰਮਾਸਿਸਟ ਹੋਣ ਦੇ ਨਾਤੇ ਤੁਸੀਂ ਬਹੁਤ ਸਾਰੀਆਂ ਉਹ ਗੱਲਾਂ ਤੇ ਚਾਨਣਾ ਪਾਇਆ ਜਿਹਦੇ ਬਾਰੇ ਆਮ ਲੋਕਾਂ ਨੂੰ ਨਹੀਂ ਸ਼ਾਇਦ ਪਤਾ ਹੁੰਦਾ। ਸੋ ਥੈਂਕ ਯੂ ਸੋ ਮਚ। ਥੈਂਕ ਯੂ ਜੀ। ਜੀ ਥੈਂਕ ਯੂ ਜੀ। ਸੋ ਫਾਰਮਾਸਿਸਟ ਅਮਰੀਕ ਸਿੰਘ ਨਾਲ ਸਾਡੀ ਇਸ ਮੁਤੱਲਕ ਗੱਲਬਾਤ ਹੋ ਰਹੀ ਸੀ। ਅਮਰੀਕ ਨੇ ਕੁਝ ਚੀਜ਼ਾਂ ਅਜਿਹੀਆਂ ਸਮਝਾਈਆਂ ਜਿਹੜੀਆਂ ਸ਼ਾਇਦ ਸਾਨੂੰ ਵੀ ਉਹਨਾਂ ਬਾਰੇ ਨਹੀਂ ਪਤਾ ਹੁੰਦਾ, ਸਪੈਸ਼ਲੀ ਜਿਹੜੇ ਲੋਕ ਨਸ਼ਾ ਕਰਦੇ ਨੇ ਉਹ ਕਿਹੜੇ ਹਾਲਾਤਾਂ 'ਚ ਨਸ਼ੇ ਵੱਲ ਨੂੰ ਧੱਸੇ ਗਏ ਨੇ, ਕਿਹੜੇ ਹਾਲਾਤ ਬਣ ਗਏ ਉਹਨਾਂ ਦੇ ਅਰਾਊਂਡ ਕਿ ਉਹਨਾਂ ਨੂੰ ਨਸ਼ਾ ਕਰਨਾ ਪੈ ਰਿਹਾ ਹੈ ਜਾਂ ਉਹ ਨਸ਼ਾ ਕਰਨ ਬਾਰੇ ਸੋਚ ਰਹੇ ਨੇ, ਸੋਸ਼ਲ ਨੈਟਵਰਕ ਉਹਨਾਂ ਦਾ ਕਿੱਦਾਂ ਹੈ। ਸੋ ਕੋਸ਼ਿਸ਼ ਅਸੀਂ ਵਾਕਈ ਸਾਰੇ ਮਿਲ ਕੇ ਇਹ ਜ਼ਰੂਰ ਕਰੀਏ ਕਿ ਅਸੀਂ ਟੀਜ਼ ਕਰੀਏ ਜਾਂ ਫਿਰ ਉਹਨਾਂ ਦੇ ਉੱਤੇ ਗੌਸਿਪ ਕਰੀਏ ਬਹਿ ਕੇ, ਅਸੀਂ ਉਹ ਛੱਡੀਏ ਅਤੇ ਇਹਨਾਂ ਦੀ ਮਦਦ ਕਿਵੇਂ ਕੀਤੀ ਜਾ ਸਕਦੀ ਹੈ ਹਰ ਸਾਡੇ ਅਰਾਊਂਡ। ਯਾਨੀ ਕਿ ਇਹ ਨਹੀਂ ਕਿ ਜਿਹੜੇ ਕਿ ਇਹ ਨਸ਼ਾ ਕਰ ਰਹੇ ਨੇ ਸਿਰਫ ਉਹ ਜਿਹੜੇ ਕਿ ਹਜੇ ਨਸ਼ਾ ਕਰਨ ਬਾਰੇ ਸੋਚ ਵੀ ਨਹੀਂ ਪਾ ਰਹੇ, ਜਿਨ੍ਹਾਂ ਦੇ ਦਿਮਾਗ 'ਚ ਜ਼ਹਿਨ ਦੇ ਵਿੱਚ ਹਜੇ ਨਸ਼ਾ ਕਰਨ ਦਾ ਕੁਝ ਨਹੀਂ ਹੈ, ਪਰ ਜਲਦੀ ਹੀ ਅਸੀਂ ਉਹਨਾਂ ਦੇ ਹਾਲਾਤਾਂ ਨੂੰ ਜ਼ਰੂਰ ਲੱਭੀਏ ਕਿ ਉਹ ਇਕੱਲਾ ਕਿਉਂ ਬਹਿ ਰਿਹਾ, ਉਹ ਕਿਸੇ ਨਾਲ ਗੱਲ ਕਿਉਂ ਨਹੀਂ ਸ਼ੇਅਰ ਕਰ ਰਿਹਾ, ਉਹ ਸੋਸ਼ਲ ਨੈਟਵਰਕ ਉਹਦਾ ਇੰਨਾ ਕਿਉਂ ਨਹੀਂ ਬਣ ਪਾ ਰਿਹਾ। ਉਹ ਛੋਟੀਆਂ ਛੋਟੀਆਂ ਬਾਰੀਕੀਆਂ 'ਤੇ ਹੁਣੇ ਤੋਂ ਗੌਰ ਕਰਨਾ ਸ਼ੁਰੂ ਕਰੋ, ਧਿਆਨ ਕਰਨਾ ਸ਼ੁਰੂ ਕਰੋ ਤਾਂ ਕਿ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਉਹ ਨਸ਼ਾ ਵਾਲੀ ਸਾਈਡ 'ਤੇ ਜਿਹੜਾ ਉਹ ਨਾ ਜਾ ਸਕੇ, ਕੋਈ ਵੀ ਪਰਸਨ ਹੈ ਉਹ ਇਸ ਬਾਰੇ ਨਾ ਸੋਚ ਸਕੇ। ਸੋ ਇਹ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਜਿਹੜੀਆਂ ਕਰਕੇ ਅਸੀਂ ਆਪਣੇ ਸਾਰੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਕਰ ਸਕਦੇ ਹਾਂ, ਨਸ਼ੇ ਵਰਗੀ ਲਾਨਤ ਨੂੰ ਜਿਹੜਾ ਉਹ ਆਪਣੇ ਵਿੱਚੋਂ ਬਾਹਰ ਕੱਢ ਸਕਦੇ ਹਾਂ ਅਤੇ ਕਈਆਂ ਦੀ ਜ਼ਿੰਦਗੀ ਜਿਹੜੀ ਆ ਅਸੀਂ ਸਾਰੇ ਮਿਲ ਕੇ ਬਚਾ ਸਕਦੇ ਹਾਂ। ਇਜਾਜ਼ਤ ਦਿਓ, ਸੋਮਵਾਰ ਨੂੰ ਫਿਰ ਮਿਲਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।